ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਹਾਜ਼ਰਾ ਹਜੂਰ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਗੋਦ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਆਪ ਜੀ ਮਾਣ ਰਹੇ ਹੋ। ਸੁਭਾਗਾ ਸਮਾਂ ਮਿਲਿਆ ਸਤਿਗੁਰਾਂ ਦੀ ਮਹਿਮਾ ਦੇ ਵਿੱਚ ਇਸ ਸਮੇਂ ਨੂੰ ਸਫਲਾ ਬਣਾਈਏ। ਚੱਲ ਰਹੀ ਗੁਰ ਇਤਿਹਾਸ ਜੀ ਦੀ ਪਾਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਜੀ ਦੇ ਨਾਲ ਉਦਾਸੀਆਂ ਦੇ ਦੌਰੇ ਤੇ ਜਗਤ ਜਲੰਦੇ ਦਾ ਉਧਾਰ ਕਰ ਰਹੇ ਨੇ। ਜਦੋਂ ਸਤਿਗੁਰਾਂ ਨੇ ਸੁਮੇਰ ਪਰਬਤ ਤੇ ਜਾਣ ਦੀ ਇੱਛਾ ਜ਼ਾਹਰ ਕੀਤੀ, ਭਾਈ ਮਰਦਾਨਾ ਜੀ ਨੇ ਆਪਣੇ ਮਨ ਦਾ ਮਨੋਰਥ ਦੱਸਿਆ, ਸਾਹਿਬ ਜੀ ਮੈਂ ਮੱਕੇ ਨੂੰ ਵੇਖਣਾ ਚਾਹੁੰਦਾ, ਤੁਹਾਡੇ ਤੋਂ ਬਗੈਰ ਮੈਨੂੰ ਮੱਕੇ ਦੀ ਯਾਰਤ ਕੋਈ ਨਹੀਂ ਕਰਾ ਸਕਦਾ। ਇਹ ਬਚਨ ਮੰਨ ਕੇ ਗੁਰੂ ਪਾਤਸ਼ਾਹ ਜੀ ਮੁਲਤਾਨ ਦੀ ਦਿਸ਼ਾ ਨੂੰ ਚੱਲੇ। ਸੱਖਰ ਦੀ ਬੰਦਰਗਾਹ ਤੇ ਪਹੁੰਚ ਗਏ ਆ। ਇੱਥੇ ਆ ਕੇ ਸਤਿਗੁਰਾਂ ਨੇ ਲਿਬਾਸ ਬਦਲਿਆ, ਹੱਥ ਵਿੱਚ ਸੋਟਾ, ਸਿਰ ਤੇ ਟੋਪੀ, ਗਲ ਵਿੱਚ ਤਸਬੀਹ ਤੇ ਮਾਲਾ, ਜਨੇਊ ਪਾਇਆ, ਨੀਲਾ ਚੋਲਾ, ਨੀਲੇ ਬਸਤਰ, ਮੱਥੇ ਤੇ ਤਿਲਕ ਹੈ। ਬਨਾਵਟੀ ਤੇ ਮਿਲਾਵਟੀ ਜਾਂ ਭੇਸ ਬਣਾਇਆ ਗੁਰੂ ਪਾਤਸ਼ਾਹ ਜੀ ਨੇ, ਜੋ ਦੁਨੀਆ ਨੂੰ ਬੜਾ ਅਟਰੈਕਟ ਕਰਦਾ ਸੀ। ਜਿਸ ਬੰਦਰਗਾਹ ਤੇ ਮੱਕੇ ਨੂੰ ਜਾਣ ਵਾਲੇ ਯਾਤਰੀ ਇਕੱਠੇ ਹੋਏ, ਉੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ। ਸਾਰੇ ਯਾਤਰੀਆਂ ਦੇ ਵਿੱਚ ਇੱਕ ਹਲਚਲ ਮਚੀ ਹੋਈ ਹੈ। ਇਹ ਤਿੰਨ ਦਰਵੇਸ਼ ਫਕੀਰ ਕੌਣ ਨੇ? ਮੁਸੱਲਾ ਵੀ ਕੋਲੇ ਹੈ, ਲੋਟਾ ਵੀ ਕੋਲ ਹੈ। ਨਾ ਸਮਝ ਪੈਂਦੀ ਮੁਸਲਮਾਨ ਨੇ ਤੇ ਨਾ ਸਮਝ ਪੈਂਦੀ ਕੋਈ ਹਿੰਦੂ ਨੇ। ਸਵੇਰ ਦਾ ਵੇਲਾ ਹੋਇਆ ਜਿੱਥੇ ਸਾਰੇ ਕਾਜੀ ਮੁੱਲਾਂ ਤੇ ਯਾਤਰੀ ਇਕੱਠੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਵਿੱਚ ਵਿਚਕਾਰ ਆ ਕੇ ਬੈਠੇ ਨੇ। ਭਾਈ ਬਾਲਾ ਜੀ ਨੇ ਮੁਸੱਲਾ ਵਿਛਾਇਆ ਹੈ, ਗੁਰੂ ਪਾਤਸ਼ਾਹ ਚੌਂਕੜਾ ਲਾ ਕੇ ਬਹਿ ਗਏ ਪੀਰਾਂ ਦੇ ਵਾਂਗ। ਹੁਣ ਜਦੋਂ ਮੁਲਤਾਨ ਦੇ ਪੀਰ ਬੈਠੇ ਨੇ, ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ੋਭਾ ਤੇ ਚਿਹਰੇ ਦਾ ਨੂਰ ਵੇਖਿਆ, ਅੰਦਰੋਂ ਜਰਿਆ ਨਾ ਗਿਆ, ਈਰਖਾ 'ਚ ਸੜ ਬਲ ਗਏ। ਗੁਰੂ ਬਾਬਾ ਜੀ ਨੂੰ ਸਵਾਲ ਜਵਾਬ ਕਰਦੇ ਨੇ, ਕੌਣ ਹੋ ਤੁਸੀਂ? ਇੱਥੋਂ ਤੱਕ ਆਪ ਜੀ ਨੇ ਸਾਰੀ ਕਥਾ ਦਾ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਗੱਜ ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਸਲਮਾਨ ਕਹਿ ਹਿੰਦੂ ਅਹੀ, ਬਿਨਾ ਕਹੇ ਤੇ ਜਾਏ ਨ ਲਹੀ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੀ ਇੱਛਾ ਪੂਰੀ ਕਰਨ ਵਾਸਤੇ ਚੱਲੇ ਨੇ, ਤੇ ਇਸ ਬਹਾਨੇ ਇਸ ਕਦਰ
ਰੱਬ ਤੋਂ ਟੁੱਟੀਆਂ ਤੇ ਭਟਕੀਆਂ ਰੂਹਾਂ ਨੂੰ ਜੋੜਨ ਚੱਲੇ ਨੇ। ਜਦੋਂ ਸੱਖਰ ਦੀ ਬੰਦਰਗਾਹ ਤੇ ਗੁਰੂ ਨਾਨਕ ਪਾਤਸ਼ਾਹ ਬੈਠ ਗਏ, ਮੁਲਤਾਨ ਦਾ ਪੀਰ ਜਿਹਦਾ ਰੁਤਬਾ ਬਹੁਤ ਵੱਡਾ ਹੈ, ਮਾਨ ਸਨਮਾਨ ਹਾਜੀਆਂ 'ਚ ਬੜਾ ਹੈ, ਕਿਉਂਕਿ ਯਾਤਰਾ ਲੈ ਕੇ ਜਾਂਦੇ ਨੇ, ਯਾਤਰਾ ਲੈ ਕੇ ਜਾਂਦੇ ਆ ਹੱਜ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਦਾ ਲਿਬਾਸ ਵੇਖ ਕੇ ਪੀਰ ਗੁੱਸੇ ਵਿੱਚ ਆਇਆ। ਉਹਨੇ ਆਪਣੇ ਚੇਲੇ ਚਾਟੜਿਆਂ ਨੂੰ ਭੇਜਿਆ, ਪਤਾ ਕਰੋ ਕੌਣ ਹੈ। ਸਾਹਿਬ ਬੇਪਰਵਾਹ ਬੈਠੇ ਨੇ, ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਆਖਰਕਾਰ ਪੀਰ ਬਹਾਵਲਦੀਨ ਨੇੜੇ ਆਇਆ, ਪੁੱਛਦਾ ਏ, ਦੇਖਣ ਨੂੰ ਤੇ ਤੁਸੀਂ ਮੁਸਲਮਾਨ ਵੀ ਜਾਪਦੇ ਹੋ, ਹਿੰਦੂ ਵੀ ਲੱਗਦੇ ਹੋ, ਪਰ ਆਪਣੀ ਜ਼ੁਬਾਨੋਂ ਦੱਸੋ ਤੁਸੀਂ ਕੌਣ? ਕੀ ਇਹ ਬਨਾਵਟੀ ਜਾਂ ਭੇਸ ਪਾਇਆ? ਕਿਉਂਕਿ ਸਤਿਗੁਰਾਂ ਨੇ ਜੋ ਲਿਬਾਸ ਪਹਿਨੇ ਆ, ਇਹ ਦੁਬਦਾ ਪਾ ਰਹੇ ਹੈ। ਨਾ ਹਿੰਦੂ ਨਾ ਮੁਸਲਮਾਨ ਕਿਸੇ ਦੀ ਪਛਾਣ ਨਹੀਂ ਆਉਂਦੀ। ਹਾਜੀ ਵੇਖ ਤਿਲਕ ਹੈ ਮਾਥੇ, ਜਾਤੇ ਬੂਝਤ ਹੈ ਤੁਝ ਸਾਥੇ। ਪੀਰ ਪੁੱਛਦਾ, ਮੈਂ ਤਾਂ ਪੁੱਛਦਾ ਤੁਹਾਡੇ ਤੋਂ, ਮੱਥੇ ਤੁਹਾਡੇ ਤਿਲਕ ਲੱਗਿਆ ਤੇ ਲਿਬਾਸ ਤੁਸੀਂ ਹਾਜੀਆਂ ਵਾਲਾ ਪਾਇਆ, ਹੱਜ ਕਰਨ ਵਾਲਾ। ਹੱਜ ਕਰਨ ਵਾਲੇ ਤਿਲਕ ਨਹੀਂ ਲਾਉਂਦੇ ਤੇ ਤਿਲਕ ਵਾਲੇ ਕਦੇ ਹੱਜ ਤੇ ਨਹੀਂ ਜਾਂਦੇ। ਇਹ ਸਾਡੇ ਸਿੱਖਾਂ ਵਾਲਾ ਲਾਣਾ ਥੋੜੀ ਹੈ, ਕੱਚੇ ਪੱਕਿਆਂ ਵਾਲਾ, ਵੀ ਵੀਰਵਾਰ ਨੂੰ ਦਰਗਾਹ ਤੇ ਵੀ ਜਾਇਆ ਹੋਣਾ, ਕਬਰ ਤੇ ਵੀ ਜਾਣਾ ਹੈ, ਸ਼ਨੀਵਾਰ ਤੇ ਸੋਮਵਾਰ ਦਾ ਵਰਤ ਵੀ ਰੱਖਣਾ ਹੈ, ਤੇ ਹਰ ਰੋਜ਼ ਗੁਰਦੁਆਰੇ ਵੀ ਜਾਣਾ ਹੈ। ਆਲ ਰਾਉਂਡਰ। ਸਭ ਮਜ਼ਹਬਾਂ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ 'ਚ ਪਰਪੱਕ ਨੇ। ਇੱਕ ਸਾਡੇ ਵਾਲਾ ਲਾਣਾ ਬਾਣਾ ਚਾਰੇ ਪਾਸੇ ਹੀ ਹੈ। ਜ਼ਿਆਦਾਤਰ ਮੜੀਆਂ ਮਸਾਣਾ ਤੇ ਮੱਥੇ ਟੇਕਣ ਵਾਲੇ ਤੁਹਾਨੂੰ ਪੱਗਾਂ ਵਾਲੇ ਮਿਲਣਗੇ। ਸਾਧਾਂ ਦੀਆਂ ਚੌਂਕੀਆਂ ਭਰਨ ਵਾਲੇ, ਪੁੱਛਿਆ ਲੈਣ ਵਾਲੇ ਤੁਹਾਨੂੰ ਜ਼ਿਆਦਾਤਰ ਪੱਗਾਂ ਵਾਲੇ ਮਿਲਣਗੇ। ਮੁਸਲਮਾਨ ਨਹੀਂ ਮਿਲਦੇ ਕਦੇ ਚੌਂਕੀਆਂ ਭਰਦੇ। ਮੁਸਲਮਾਨ ਨਹੀਂ ਮਿਲਣਗੇ ਤੁਹਾਨੂੰ ਕਿਸੇ ਪੰਡਤ ਕੋਲ ਹੱਥ ਵਿਖਾਉਣ ਵਾਲੇ। ਸਾਡੇ ਮਿਲਦੇ ਆ, ਕਿਉਂਕਿ ਸਾਨੂੰ ਆਪਣੇ ਇਸ਼ਟ ਤੇ ਇੰਨਾ ਵਿਸ਼ਵਾਸ ਨਹੀਂ ਜਿੰਨਾ ਹੋਣਾ ਚਾਹੀਦਾ। ਕਹਿੰਦਾ ਫੇਰ ਵੀ ਤੁਸੀਂ ਬੋਲ ਕੇ ਦੱਸੋ ਤੁਸੀਂ ਹੈ ਕੌਣ? ਤੁਹਾਡਾ ਇਹ ਮਿਲਾਵਟੀ ਜਾਂ ਬਨਾਵਟੀ ਜਾਂ ਭੇਸ ਸਾਨੂੰ ਭਰਮ ਪਾਉਂਦਾ ਏ। ਸ੍ਰੀ ਨਾਨਕ ਜੀ ਬੈਨ ਅਲਾਏ, ਬੇਗਮਪੁਰੇ ਦੇਸ਼ ਤੇ ਆਏ। ਜਦੋਂ ਸਤਿਗੁਰਾਂ ਨੂੰ ਬਹਾਵਲਦੀਨ ਪੀਰ ਨੇ ਸਵਾਲ ਕੀਤਾ ਵੀ ਤੁਸੀਂ ਕਿੱਥੋਂ ਆਏ ਹੋ, ਕਿਉਂਕਿ ਸਾਡੇ ਦੇਸ਼ ਦੇ ਤੇ ਵਸਨੀਕ ਹੀ ਨਹੀਂ, ਤੁਸੀਂ ਨਾ ਅਰਬ ਦੇ ਰਹਿਣ ਵਾਲੇ, ਨਾ ਸਾਡੇ ਇਸ ਮੁਸਲਮਾਨ ਭਾਈਚਾਰੇ 'ਚੋਂ ਤੁਸੀਂ ਲੱਗਦੇ ਹੋ। ਤੁਹਾਡੇ ਨੈਣ ਨਕਸ਼, ਰੂਪ ਰੰਗ, ਚਾਲ ਢਾਲ, ਚਿਹਰਾ ਮੋਹਰਾ, ਲਿਬਾਸ ਤੁਹਾਡਾ ਹੋਰੇ ਤਰ੍ਹਾਂ ਦਾ ਏ। ਸਤਿਗੁਰ ਕਹਿੰਦੇ ਭਾਈ ਸਾਡਾ ਦੇਸ਼ ਹੈ ਬਹੁਤ ਦੂਰ। ਕਹਿੰਦੇ ਬਹੁਤ ਦੂਰ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਬੇਗਮਪੁਰਾ। ਹੁਣ ਬੇਗਮਪੁਰਾ ਕਿਹੜੀ ਕੰਟਰੀ ਹੈ, ਕਿਹੜਾ ਦੇਸ਼ ਹੈ? ਬੇਗਮਪੁਰਾ ਸੱਚਖੰਡ ਨੂੰ ਕਹਿੰਦੇ ਆ, ਜਿੱਥੇ ਕੋਈ ਗਮ ਨਹੀਂ, ਕੋਈ ਵੈਰ ਨਹੀਂ, ਵਿਰੋਧ ਨਹੀਂ, ਤੂੰ ਨਹੀਂ ਤੇ ਮੈਂ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਧੋ ਨਹੀਂ ਤੇ ਠਾਓ। ਇਹੋ ਥਾਂ ਹੈ ਜਿੱਥੇ ਦੁੱਖ ਨਹੀਂ ਹੈ, ਭੁੱਖ ਨਹੀਂ ਹੈ, ਖੌਫ ਨਾ ਖਤਾ ਨਾ ਕਰਤ ਜਵਾਲ। ਇਹੋ ਨਗਰੀ ਹੈ। ਸਤਿਗੁਰ ਕਹਿੰਦੇ ਅਸੀਂ ਬੇਗਮਪੁਰੇ ਦੇ ਵਾਸੀ ਹਾਂ, ਬੜੀ ਦੂਰੋਂ ਚੱਲ ਕੇ ਆਏ ਆ। ਹਿੰਦੂ ਮੁਸਲਮਾਨ ਜਗ ਮਾਹੂ, ਮੈਂ ਹੂੰ ਦੋਨੋਂ ਕੋਈ ਰਗਵਾਹੂ। ਸਤਿਗੁਰ ਕਹਿੰਦੇ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ, ਕਿਉਂਕਿ ਉਹਨੇ ਪੁੱਛਿਆ ਵੀ ਆਪਣੀ ਆਇਡੈਂਟੀਟੀ ਦੱਸੋ। ਜੇ ਤੇ ਮੁਸਲਮਾਨ ਹੋ ਤੇ ਫਿਰ ਗਲ 'ਚ ਜਨੇਊ ਕਿਉਂ, ਮੱਥੇ ਤਿਲਕ ਕਿਉਂ, ਪੈਰ 'ਚ ਖੜਾਵਾਂ ਕਿਉਂ? ਜੇ ਹਿੰਦੂ ਹੋ ਤੇ ਹਾਜੀਆਂ ਵਾਲੇ ਕੱਪੜੇ ਕਿਉਂ? ਸਤਿਗੁਰ ਕਹਿੰਦੇ ਨਾ ਅਸੀਂ ਹਿੰਦੂ ਆ ਨਾ ਅਸੀਂ ਮੁਸਲਮਾਨ ਆ, ਅਸੀਂ ਤੇ ਦੋਨਾਂ ਦੇ ਖੈਰ ਖਵਾ, ਦੋਨਾਂ ਦੀ ਗਵਾਹ ਅਸੀਂ ਤੇ। ਪੀਰ ਨੂੰ ਵੇਖ ਚੜੇ ਇੱਕ ਲੱਥੇ ਵੀ ਇਹ ਤੇ ਗੱਲ ਹੋਰ ਉਲਝਾ ਰਹੇ ਆ। ਇਹ ਤੇ ਧਰਮੀ ਲੱਗਦੇ ਨਹੀਂ ਮੈਨੂੰ ਕਿਸੇ ਪਾਸੇ। ਕੱਟੜ ਮੁਸਲਮਾਨ ਇਹੋ ਜਿਹੇ ਕੰਮ ਨਹੀਂ ਕਰਦਾ ਤੇ ਹਿੰਦੂ ਕਦੇ ਮੁਸਲਮਾਨਾਂ ਦੀ ਚੌਂਕੀ ਨਹੀਂ ਭਰਦਾ। ਇਹ ਕੌਣ ਮਨੁੱਖ ਨੇ? ਕਹਿੰਦੇ ਮੈਂ ਦੋਨਾਂ ਦਾ ਸਾਂਝਾ ਹੀ ਆ। ਇਹ ਚੋਜ ਨੇ ਮੇਰੇ ਗੁਰੂ ਨਾਨਕ ਸਾਹਿਬ ਜੀਆਂ, ਪਖੰਡ ਤੇ ਕਰਾਰੀ ਚੋਟ ਲਾ ਰਹੇ। ਕਹਿੰਦੇ ਭਾਈ ਦੋਹਾਂ ਦੇ ਅਸੀਂ ਸਾਂਝੇ ਹਾਂ। ਪੱਖ ਬਾਦ ਮਹਿ ਵਰਜੇ ਕਾਚੇ,
ਤਜ ਸੱਚ ਕੂਰੇ ਮਨ ਰਚੇ। ਭਾਈ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਬਹੁਤਾ, ਕਿਸੇ ਦੇ ਪੱਖ ਵਿੱਚ ਨਹੀਂ ਵੀ ਇੱਕ ਨੂੰ ਸੱਚਾ ਕਿਹਾ ਤੇ ਦੂਜੇ ਨੂੰ ਝੂਠਾ। ਹੁਣ ਦੋ ਬੇੜੀਆਂ ਤੇ ਪੈਰ ਰੱਖਣਾ ਵੀ ਤੇ ਔਖਾ ਕੰਮ ਹੈ ਦੁਨਿਆਵੀ ਪੱਧਰ ਤੇ। ਪਰ ਗੁਰੂ ਬਾਬਾ ਜੀ ਕਹਿੰਦੇ ਨਾ ਅਸੀਂ ਕੱਟੜ ਹਿੰਦੂ ਨਾ ਕੱਟੜ ਮੁਸਲਮਾਨ, ਪਰ ਖੈਰ ਖਵਾ ਦੋਨਾਂ ਦੇ ਹੀ ਆ। ਪਰ ਕਹਿੰਦੇ ਦੋਨਾਂ ਤੇ ਸਾਨੂੰ ਯਕੀਨ ਨਹੀਂ, ਕੱਚੇ ਨੇ ਦੋਨੇ। ਕੱਚੇ ਕਿਉਂ ਨੇ? ਮਤ ਕਰਕੇ ਕੱਚੇ ਹੈ। ਹਿਸਾਬ ਕਿਤਾਬ ਇੱਕੋ ਜਿਹਾ ਹੀ ਹੈ ਸਾਰੇ ਧਰਮਾਂ 'ਚ, ਪਰ ਅਲੱਗ-ਅਲੱਗ ਪੈਰਾਮੀਟਰ ਬਣਾਏ ਹੋਏ ਨੇ। ਆਪਣੀ ਆਪਣੀ ਮੰਨਤ ਹੈ, ਆਪਣੀ ਆਪਣੀ ਮਨਾਉਤ ਹੈ, ਆਪਣੀ ਆਪਣੀ ਮਿੱਥ ਹੈ। ਬੜਾ ਕੁਝ ਮਿੱਥਿਆ ਦੁਨੀਆ ਤੇ। ਹੁਣ ਇੱਥੇ ਬਹੁਤ ਕੁਝ ਸੁਣਾਇਆ ਜਾਂਦਾ ਦੁਨੀਆ 'ਚ ਵੀ ਫਲਾਣੇ ਨੇ ਮੂੰਹ 'ਚ ਸੂਰਜ ਪਾ ਲਿਆ। ਆਜੂ ਕਿਸੇ ਦੇ ਮੂੰਹ 'ਚ ਸੂਰਜ ਹੈ? ਕੋਈ ਇਹੋ ਜਿਹਾ ਜੋ ਆਪਣੇ ਮੂੰਹ ਵਿੱਚ ਸੂਰਜ ਪਾ ਲਏ? 10 ਲੱਖ ਧਰਤੀਆਂ ਸੂਰਜ ਵਿੱਚ ਅੰਦਾਜ਼ਨ ਸਮਾ ਸਕਦੀਆਂ ਨੇ, ਤੇ ਕਿਹੜਾ ਧਰਤੀ ਤੇ ਜੰਮ ਪਿਆ ਜਿਹੜਾ ਸੂਰਜ ਨੂੰ ਮੂੰਹ 'ਚ ਪਾ ਲੂਗਾ? ਤਪਦੇ ਸੜਦੇ ਪੜਦੇ ਮਿੱਥਾ। ਪੂਛਾਂ ਤੋਂ ਫੜ ਕੇ ਹਾਥੀ ਬ੍ਰਹਿਮੰਡ 'ਚ ਚੜਾਤੇ, ਲੱਥੇ ਨਹੀਂ ਮੁੜ ਕੇ। ਕਿੱਥੇ ਰਹਿੰਦੇ ਆ ਉਹ? ਐਡਾ ਬਲੀ ਕੌਣ ਸੀ ਭੀਮ ਵਰਗਾ ਜਿਹੜਾ ਹਾਥੀ ਉੱਤੇ ਚੜਾ ਗਿਆ? ਮਤਲਬ ਮਿੱਥ ਹੈ। ਮੰਨਿਆ ਜਾਂਦਾ ਹੈ, ਮੰਨਿਆ ਠੀਕ ਹੈ ਭੀਮ ਵਰਗੇ ਬਲੀ ਸੀ, ਪਰ ਐਡਾ ਵੀ ਕਿਹੜਾ ਬਲੀ ਹੈ ਜਿਹੜਾ ਧਰਤੀ ਦੇ ਸੌਰ ਮੰਡਲ ਤੋਂ ਬਾਹਰ ਚੀਜ਼ਾਂ ਬਚਾ ਦੇ? ਹੈ ਕੋਈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੋਨੇ ਅਕਲਾਂ ਦੇ ਕੱਚੇ ਨੇ, ਇਸ ਕਰਕੇ ਅਸੀਂ ਕਿਸੇ ਦੇ ਹੱਕ 'ਚ ਭੁਗਤਦੇ ਨਹੀਂ। ਵੀ ਇੱਕ ਦੇ ਵਕੀਲ ਬਣ ਜਾਓ ਤੇ ਦੂਜੇ ਨੂੰ ਝੂਠਾ ਸਾਬਤ ਕਰੋ। ਵਕੀਲ ਦਾ ਕੰਮ ਇਹ ਹੁੰਦਾ ਨਾ ਵੀ ਆਪਣੇ ਕਲਾਇੰਟ ਦੇ ਹੱਕ 'ਚ, ਭਾਵੇਂ ਉਹਨੇ ਕ੍ਰਾਈਮ ਕੀਤਾ ਹੈ, ਕ੍ਰਿਮੀਨਲ ਪੇਸ਼ਾ ਹੋਵੇ, ਕੁਛ ਵੀ, ਉਹਨੇ ਕਿਹੜਾ ਨਹੀਂ ਇਹ ਬੰਦਾ ਸਹੀ ਹੈ, ਆਓ ਗਲਤ ਹੈ। ਗੁਰੂ ਬਾਬਾ ਜੀ ਕਹਿੰਦੇ ਅਸੀਂ ਦੋਨਾਂ ਦੇ ਸਾਂਝੇ ਹੀ ਹਾਂ, ਪੱਖਪਾਤ ਵਿੱਚ ਪੀਰ ਜੀ ਉਲਝਦੇ ਨਹੀਂ। ਜਲਵਾ ਸਰਬ ਸਰੀਰਨ ਜੋ ਏਕੋ ਭੇਵ ਨ ਜਾਣਹਿ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਸਰੀਰ ਵਿੱਚ ਉਸ ਕਰਤੇ ਪਰਮਾਤਮਾ ਦੀ ਜੋਤ ਹੈ, ਇਹਦਾ ਭੇਦ ਕਿਹਨੇ ਜਾਣਿਆ? ਨਾ ਕਿਸੇ ਮੁਸਲਮਾਨ ਵੀਰ ਨੇ ਜਾਣਿਆ, ਨਾ ਕਿਸੇ ਸਨਾਤਨ ਮਤ ਵਾਲੇ ਨੇ ਜਾਣਿਆ। ਅੰਦਰ ਜਿਹੜੀ ਜੋਤ ਹੈ ਉਹਨੂੰ ਕੌਣ ਜਾਣਦਾ ਹੈ ਕੋਈ? ਸਭ ਧਰਮਾਂ ਦੇ ਪੈਰੋਕਾਰਾਂ ਨੂੰ ਮੱਥੇ ਟੇਕੀ ਜਾਂਦੇ ਆ। ਰੱਬ ਨੂੰ ਕੌਣ ਮੰਨਦਾ ਹੈ? ਕਿਸੇ ਧਰਮ 'ਚ ਚਲੇ ਜਾਓ, ਸਾਰੇ ਧਰਮ ਸਤਿਕਾਰਯੋਗ ਨੇ, ਬੁਰਾ ਤੇ ਕੋਈ ਨਹੀਂ ਇੱਥੇ। ਸਾਡੀ ਸੋਚ ਤੋਂ ਵੱਧ ਬੁਰਾ ਇੱਥੇ ਕੀ ਹੈ? ਪਰ ਕਿਸੇ ਵੀ ਧਰਮ 'ਚ ਜਾ ਕੇ ਵੇਖੋ ਰੱਬ ਦੀ ਪੂਜਾ ਨਹੀਂ ਹੈ। ਕਿਸੇ ਨੇ ਕਿਸੇ ਦੀ ਪੂਜਾ ਦੱਸੀ ਹੈ, ਕਿਸੇ ਨੇ ਕਿਸੇ ਦੀ ਦੱਸੀ। ਮਤਲਬ ਇੱਕ ਦੂਜੇ ਦੀ ਪੂਜਾ, ਪਰਮੇਸ਼ਰ ਦੀ ਤੇ ਹੈ ਹੀ ਗੱਲ ਨਹੀਂ। ਮਰਦ ਕਹਿੰਦੇ ਪੱਖਪਾਤ ਵਿੱਚ ਉਲਝੇ ਹੋਏ ਆ, ਦੋਨਾਂ ਦੀ ਮੱਤ ਕੱਚੀ ਹੈ। ਦੋਨੇ ਸਰੀਰ ਵਿੱਚ ਵਸੇ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ। ਬਾਣੀ ਲਿਖਦੀ ਹੈ ਅੱਲੋ ਏਕ ਮਸੀਤ ਵਸਤ ਹੈ ਅਵਰ ਮੁਲਕ ਕਿਸ ਕਿਹੜਾ। ਜੇ ਅੱਲਾ ਇੱਕ ਮਸੀਤ ਵਿੱਚ ਵਸਦਾ ਤੇ ਬਾਕੀ ਦੁਨੀਆ ਕਿਹਦੀ ਹੈ? ਜੇ ਅੱਲਾ ਪੱਛਮ ਦੀ ਦਿਸ਼ਾ 'ਚ ਵਸਦਾ ਹੈ, ਅਰਬ ਦੇ ਪਾਸੇ ਵਸਦਾ ਹੈ, ਅਰਾਲ ਸਾਗਰਾਂ ਦੇ ਨੇੜੇ ਵਸਦਾ ਹੈ, ਤੇ ਫਿਰ ਉੱਤਰ ਦੱਖਣ ਕੀ ਹੈ? ਪੱਛਮ ਦੇਸ਼ ਹਰੀ ਕਾ ਵਾਸਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੋ ਮੁਕਾਮਾ। ਭਗਤਾਂ ਨੇ ਬਾਣੀ 'ਚ ਕਹਿਤਾ, ਕਹਿੰਦੇ ਹਰੀ ਜੀ ਵਸਦੇ ਆ ਇੱਧਰਲੇ ਪਾਸੇ, ਉੱਤਰ ਦੱਖਣ, ਤੇ ਅੱਲਾ ਕਿੱਧਰ ਵਸਦੇ ਆ? ਪੱਛਮ ਵਾਲੇ ਪਾਸੇ। ਮੱਕਾ ਪੱਛਮ 'ਚ ਮੰਨਿਆ ਜਾਂਦਾ ਹੈ, ਹਰਦੁਆਰ ਤੇ ਆ ਜਿੰਨੇ ਤੀਰਥ ਨੇ ਗੰਗਾ ਵਰਗੇ ਇਹ ਦੱਖਣ ਵਾਲੇ ਪਾਸੇ ਆ, ਉੱਤਰੀ ਭਾਰਤ ਵਿੱਚ ਨੇ। ਹੁਣ ਜੇ ਇਹ ਹਿਸਾਬ ਨਾਲ ਵੇਖਿਆ ਜਾਏ ਸਭ ਧਰਮ ਸਤਿਕਾਰਯੋਗ ਨੇ, ਵੱਡੇ ਆ, ਪਰ ਕਹਿੰਦੇ ਰੱਬ ਦਾ ਟਿਕਾਣਾ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ ਇਹੀ ਗੱਲਾਂ ਕਰਕੇ ਅਸੀਂ ਦੋਨਾਂ ਦੇ ਪਿੱਛੇ ਨਹੀਂ ਤੁਰਦੇ, ਸਾਡੀ ਦੋਨਾਂ ਤੋਂ ਅਲੱਗ ਚਾਲ ਹੈ। ਹੁਣ ਪੀਰ ਹੈਰਾਨ ਆ ਵੀ ਜੇ ਚਾਲ ਅਲੱਗ ਹੈ ਤੇ ਭੇਸ ਦੋਨਾਂ ਵਾਲਾ ਕਿਉਂ ਪਾਇਆ ਹੋਇਆ? ਮਰਦ ਕਹਿੰਦੇ ਅਸੀਂ ਦੋਨਾਂ ਦੇ ਵਕੀਲ ਹਾਂ, ਦੋਨਾਂ ਦੀ ਵਕਾਲਤ ਕਰਦੇ ਹਾਂ, ਪਰ ਦੋਨਾਂ ਦੇ ਹੱਕ 'ਚ ਬਹੁਤਾ ਨਹੀਂ ਭੁਗਤਦੇ ਵੀ ਆਹੀ ਸਹੀ ਹੈ, ਆਓ ਗਲਤ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਇਹਨਾਂ ਦੀ ਸਮਝ 'ਚ ਕਿੱਥੇ ਆਉਣੇ ਆ? ਕਿਉਂਕਿ ਉਹ ਆਪਣੇ ਧਰਮ 'ਚ ਪੱਕੇ ਆ, ਆਪਣੇ ਧਰਮ 'ਚ ਕੱਟੜ ਆ, ਉਹ ਤੋਂ ਵੱਧ ਸੋਚਦੇ ਹੀ ਨਹੀਂ, ਉੱਥੇ ਤੱਕ ਸੋਝੀ ਰੱਖਦੇ ਹਨ। ਹੇਤ ਬੰਦਗੀ ਬੰਦਾ ਆਇਓ ਤੇ ਤਜਮਾਨ ਮੋਲ ਲਪਟਾਇਓ। ਸਾਹਿਬ ਕਹਿੰਦੇ ਸਾਰੇ ਧਰਮਾਂ 'ਚ ਮੈਂ ਵੇਖਿਆ ਵੀ ਬੰਦਾ ਬੰਦਗੀ ਛੱਡ ਕੇ ਨਾ ਲਾਲਚੀ ਲਪਟਿਆ ਫਿਰਦਾ। ਕੋਈ ਗਿਣਤੀ ਕਰਦਾ ਸਵਰਗਾਂ ਵਾਸਤੇ ਇੰਨੇ ਪੁੰਨ ਕਰ ਲਾਂ, ਇੰਨੇ ਦਾਨ ਕਰ ਲਾਂ। ਕੋਈ ਕਹਿੰਦਾ ਅੱਲਾ ਦੇ ਭਿਸਤ ਵਿੱਚ ਜਾਣ ਵਾਸਤੇ ਮੈਂ ਇੰਨੇ ਦਾਨ ਪੁੰਨ ਕਰੂੰਗਾ, ਚੰਗੇ ਕੰਮ ਕਰੂੰਗਾ। ਗਿਣਤੀਆਂ ਮਿਣਤੀਆਂ 'ਚ ਪੈ ਗਿਆ ਨਾ ਬੰਦਾ।
ਸਾਹਿਬ ਕਹਿੰਦੇ ਬੰਦਗੀ ਕਰਨ ਵਾਸਤੇ ਬੰਦੇ ਦੀ ਜੂਨ ਮਿਲੀ ਸੀ, ਪਰ ਬੰਦਗੀ ਕੀਤੀ ਉਹ ਨਾ ਆਖੋ ਸਤਨਾਮ। ਉਹ ਤੇ ਕੀਤੀ ਨਹੀਂ ਇਹਨੇ ਕਦੇ। ਪਾਪ ਪੁੰਨ ਦਇਆ ਇਧਰ ਭੱਜਿਆ ਫਿਰਦਾ ਹੈ। ਜਿੱਦਣ ਬੰਦਗੀ ਹੋਏਗੀ ਸਾਰੇ ਕਰਮ ਪੈਰਲਲ ਆਪਣੇ ਆਪ ਚੱਲਣੇ ਆ। ਜਦੋਂ ਸਤਿਗੁਰਾਂ ਨੇ ਬਚਨ ਆਖੇ, ਕਹਿੰਦੇ ਬਚਨ ਤੇ ਪੀਰਾਂ ਨੂੰ ਚੰਗੇ ਲੱਗਦੇ ਆ, ਪਰ ਈਰਖਾ ਕਾਹਨੂੰ ਮੰਨਣ ਦਿੰਦੀ ਹੈ। ਤੁਸੀਂ ਕਿਸੇ ਬੰਦੇ ਨੂੰ ਨਫ਼ਰਤ ਕਰਦੇ ਹੋਵੋ, ਈਰਖਾ ਕਰਦੇ ਹੋਵੋ, ਉਹਦੀਆਂ ਗੱਲਾਂ ਸੱਚੀਆਂ ਨੇ, ਲੋਕ ਵੀ ਤੁਹਾਨੂੰ ਕਹਿਣਗੇ ਸੱਚ ਬੋਲਦਾ, ਚੰਗੀਆਂ ਗੱਲਾਂ ਕਰਦਾ, ਚ ਗੁਣ ਬੜੇ ਆ, ਸੱਚੀ ਤੁਸੀਂ ਜਾਣਦੇ ਅੰਦਰੋਂ ਸਾਰਾ ਕੁਝ, ਪਰ ਈਰਖਾ ਚ ਕਹੋਗੇ ਨਾ ਨਾ ਏਡੀ ਗੱਲ ਨਹੀਂ, ਕੀ ਗੱਲ ਹੈ, ਗੱਲਾਂ ਤੇ ਕੋਈ ਵੀ ਕਰ ਲੈਂਦਾ, ਸੁਭਾਵਿਕ ਆ ਨਾ। ਹੁਣ ਗੁਰੂ ਨਾਨਕ ਸਾਹਿਬ ਦੇ ਬਚਨ ਪੀਰਾਂ ਨੂੰ ਚੰਗੇ ਲੱਗ ਰਹੇ ਆ ਵੀ ਗੱਲ ਤੇ ਸੱਚੀ ਹੈ, ਬੰਦਗੀ ਤੇ ਕੋਈ ਵੀ ਨਹੀਂ ਕਰਦਾ, ਸਭ ਧਰਮਾਂ ਪਿੱਛੇ ਲੜਦੇ ਫਿਰਦੇ ਆ, ਪਰ ਉਹ ਕਿਵੇਂ ਕਹਿਣ ਵੀ ਤੁਹਾਡੀ ਗੱਲ ਵੱਡੀ ਹੈ। ਜੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਹਿਤਾ ਤੁਹਾਡੀ ਗੱਲ ਵੱਡੀ, ਫਿਰ ਪੀਰ ਨੂੰ ਕਿਹਨੇ ਪੁੱਛਣਾ? ਪੀਰ ਦੀ ਪੀਰੀ ਫਿਰ ਖੂਹ ਚ ਪੈ ਜੂਗੀ। ਤਾਂ ਤੇ ਨਰ ਗੈਵਾਨ ਹਵਾਨਾ, ਸਭ ਕੋ ਉਪਦੇਸ਼ਕ ਮੁਝ ਮਾਨੋ। ਮਹਾਰਾਜ ਕਹਿੰਦੇ ਸਾਨੂੰ ਸਾਰਿਆਂ ਦਾ ਸਾਂਝਾ ਉਪਦੇਸ਼ਕ ਮੰਨ ਲਓ, ਅਸੀਂ ਉਪਦੇਸ਼ ਦੇਣ ਆਏ ਆ ਭਾਈ। ਧਰਮੀ ਬੰਦੇ ਸਾਰੇ ਸ਼ੈਤਾਨ ਹੋਏ ਫਿਰਦੇ ਆ, ਹੈਵਾਨ ਗੈਵਾਨ। ਜਦੋਂ ਰਾਗ ਤਲੰਗ ਪੜੋਗੇ ਸ਼ਬਦ ਤੁਹਾਨੂੰ ਉੱਥੇ ਮਿਲਣਗੇ, ਅਰਬੀ ਫਾਰਸੀ। ਹੈਵਾਨ ਹੋਣਾ, ਹੈਵਾਨੀਅਤ, ਸ਼ੈਤਾਨੀਅਤ, ਦੋ ਚੀਜ਼ਾਂ ਵੱਖ-ਵੱਖ ਨੇ, ਪਰ ਹੈ ਬੜੀਆਂ ਖਤਰਨਾਕ। ਹੈਵਾਨ ਕਿਸੇ ਤੇ ਤਰਸ ਹੀ ਨਹੀਂ ਕਰਦਾ, ਸ਼ੈਤਾਨ ਕਿਸੇ ਦਾ ਮਿੱਤਰ ਹੀ ਨਹੀਂ। ਸਾਹਿਬ ਕਹਿੰਦੇ ਮਨ ਸ਼ੈਤਾਨ ਹੋਇਆ ਫਿਰਦਾ ਧਰਮੀ ਲੋਕਾਂ ਦਾ। ਕਾਜੀ ਮੁੱਲਾਂ ਵੀ ਵੱਡੀਆਂ ਲੈਂਦੇ ਸੀ, ਪੰਡਤ ਵੀ ਲੁੱਟੀ ਜਾਂਦੇ ਸੀ, ਧਰਮ ਦੇ ਦਿਸਦਾ ਕਿੱਥੇ ਸੀ? ਸਪਸ਼ਟ ਲਿਖਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਪਖੰਡਾਂ ਦਾ ਤੇ ਇੰਨਾ ਹਨੇਰਾ ਸੀ ਵੀ ਸੱਚ ਦਾ ਚੰਦਰਮਾ ਚੜਿਆ ਨਜ਼ਰ ਹੀ ਨਹੀਂ ਆਉਂਦਾ। ਮਰਦ ਕਹਿੰਦੇ ਦੋਨਾਂ ਦੇ ਸਾਂਝੇ ਉਪਦੇਸ਼ਕਾਂ ਸੀ, ਪਰ ਭਾਈ ਇਹਨਾਂ ਚੋਂ ਮੰਨਣ ਵਾਲਾ ਕੋਈ ਹੈ ਹੀ ਨਹੀਂ, ਸਾਰੇ ਸ਼ੈਤਾਨ। ਜਿਹਨੂੰ ਵੇਖੋ ਹੀ ਚਲਾਕ। ਪੀਰ ਨੂੰ ਲੱਗਿਆ ਵੀ ਗੱਲਾਂ ਤੇ ਸਹੀ ਕਰਦਾ, ਇਹਨੂੰ ਮੈਂ ਇਹੋ ਜਿਹੀਆਂ ਗੱਲਾਂ ਚ ਉਲਝਾਵਾਂ ਵੀ ਇਹ ਇੱਥੋਂ ਕੰਨ ਬੋਚ ਕੇ ਲੰਘ ਜੇ, ਹੱਥ ਜੋੜ ਕੇ ਲੰਘੇ। ਹੁਣ ਪੀਰ ਹੈ, ਪੜ੍ਹਿਆ ਲਿਖਿਆ, ਅਰਬੀ ਫਾਰਸੀ ਦਾ ਆਲਮ ਫਾਜ਼ਲ ਹੈ। ਲੋਕੀ ਮੱਥੇ ਟੇਕਦੇ ਆ ਮੁਲਤਾਨ ਦੇ ਪੀਰ ਬਹਾਵਲਦੀਨ। ਗੁਰੂ ਨਾਨਕ ਸਾਹਿਬ ਜੀ ਦੇ ਕੋਲੇ ਆ ਕੇ ਬਹਿ ਗਿਆ ਜੀ, ਮੁਸੱਲਾ ਵਿਛਾਇਆ ਗਿਆ, ਨਾਲ ਦੇ ਸਾਥੀਆਂ ਵੱਲੋਂ, ਸੇਵਕਾਂ ਵੱਲੋਂ। ਬਹਿ ਗਿਆ ਲੱਤ ਤੇ ਲੱਤ ਰੱਖ ਕੇ ਗੁਰੂ ਸਾਹਿਬ ਦੇ ਸਾਹਮਣੇ, ਕਹਿੰਦਾ ਜੀ ਚਰਚਾ ਕਰਨੀ ਹੈ। ਮਰਦ ਕਹਿੰਦੇ ਕਰ ਲਓ। ਪੁੱਛਦਾ ਆਪਣਾ ਨਾਮ ਦੱਸੋ। ਅਸ ਬਿਦ ਸੁਣ ਕੇ ਮਨ ਬਿਸਮਾਨੇ, ਇਹ ਤੋ ਬੋਲਤ ਬੋਲ ਮਹਾਨੇ। ਪੀਰ ਦਾ ਦਿਲ ਕਹਿੰਦਾ ਭਾਈ ਬਾਲਾ ਦੱਸ ਦੇ, ਕਹਿੰਦਾ ਯਾਰ ਗੱਲਾਂ ਤੇ ਸੱਚੀਆਂ ਕਰਦੇ ਆ, ਬਚਨ ਤੇ ਬਹੁਤ ਸੋਹਣੇ ਆ ਇਹਨਾਂ ਦੇ, ਵੀ ਬੰਦਾ ਬੰਦਗੀ ਨਹੀਂ ਕਰਦਾ, ਸ਼ੈਤਾਨ ਬਣਿਆ ਫਿਰਦਾ, ਤੇ ਜਾ ਕਿਤੇ ਕਿਤੇ ਬੰਦਾ ਭਗਵਾਨ ਬਣਿਆ ਫਿਰਦਾ, ਰੱਬ ਨੂੰ ਤੇ ਪੁੱਛਦਾ ਹੀ ਕੋਈ ਨਹੀਂ। ਪਰ ਪੀਰ ਆਪਣੇ ਸੇਵਕਾਂ ਸਾਹਮਣੇ ਜੇ ਕਹੂਗਾ ਵੀ ਇਹ ਸੱਚੀਆਂ ਗੱਲਾਂ ਬੋਲਦੇ ਆ, ਤੇ ਪੀਰ ਦੀ ਪੀਰੀ ਗਈ, ਫਕੀਰ ਦੀ ਫਕੀਰੀ ਗਈ, ਮਾਨ ਸਨਮਾਨ ਨਹੀਂ ਹੋਣਾ। ਉਹਨੂੰ ਲੱਗਿਆ ਵੀ ਗੱਲਾਂ ਤੇ ਸਾਡੇ ਤੋਂ ਵੱਡੀਆਂ ਨੇ, ਪਰ ਸੱਚੀਆਂ ਨੇ। ਸੱਚ ਤੇ ਸੱਚ ਹੈ, ਚਾਹੇ ਉਹ ਗੈਰ ਧਰਮ ਦਾ ਬੰਦਾ ਬੋਲੇ, ਚਾਹੇ ਨਾਸਤਿਕ ਬੋਲੇ, ਚਾਹੇ ਮਾੜਾ ਬੋਲੇ, ਸੱਚ ਐਕਸੈਪਟ ਕਰਨਾ ਬਹੁਤ ਵੱਡੀ ਗੱਲ ਹੈ। ਗੁਰੂ ਨਾਨਕ ਸਾਹਿਬ ਜਦੋਂ ਇਹ ਬਚਨ ਕਹਿ ਕੇ ਚੁੱਪ ਹੋ ਗਏ ਨਾ, ਪੀਰ ਬੈਠਾ ਸੋਚਦਾ ਹੈ ਵੀ ਗੱਲਾਂ ਖਰੀਆਂ ਨੇ, ਇਹਨਾਂ ਬੰਦਿਆਂ ਦੀਆਂ ਗੱਲਾਂ ਮੈਂ ਕੱਟਾਂਗੇ ਨਹੀਂ। ਇੱਥੇ ਮੈਂ ਬੰਦੇ ਸ਼ਬਦ ਵਰਤ ਰਿਹਾ, ਕਿਉਂ? ਕਿਉਂਕਿ ਉਹਨਾਂ ਵਾਸਤੇ ਅਨਨੋਨ ਪਰਸਨ ਨੇ। ਅਜੇ ਮਰਦ ਨੇ ਆਪਣਾ ਨਾਮ ਨਹੀਂ ਦੱਸਿਆ, ਉਹ ਗੁਰੂ ਸਾਹਿਬ ਨੂੰ ਜਾਣਦੇ ਨਹੀਂ, ਉਹ ਤੇ ਮੰਨਦੇ ਹੀ ਨਹੀਂ ਹੈ ਕੌਣ ਨੇ। ਤਾਂ ਹੀ ਤੇ ਸਵਾਲ ਕਰਦਾ ਵੀ ਤੁਸੀਂ ਕੌਣ ਓਏ? ਆ ਭੇਜਾ ਪਾਈ ਫਿਰਦੇ। ਸੋਚਦਾ ਵੀ ਇਹਨਾਂ ਬੰਦਿਆਂ 'ਚ ਕੋਈ ਤੇ ਗੁਣ ਹੈ। ਗੱਲਾਂ ਬੜੀਆਂ ਡੂੰਘੀਆਂ ਨੇ, ਧਰਮ ਤੋਂ ਗਹਿਰੀਆਂ ਹਨ। ਮੁੱਲ ਤਨ ਹੈ ਕੋ ਪੀਰ ਤਾਹੀ, ਨਾਮ ਬਹਾਵ ਦੀਨ ਥੋਂ ਜਾਹੀ। ਤੇ ਪੀਰ ਕਹਿੰਦਾ ਜੀ ਮੈਂ ਮੁਲਤਾਨ ਦਾ ਪੀਰ ਹਾਂ, ਮੇਰਾ ਨਾਮ ਹੈ ਬਹਾਵਲਦੀਨ। ਮਰਦ ਕਹਿੰਦੇ ਤਫਤੀਸ਼ ਲੈ ਕੇ ਆਓ ਜੀ ਆਇਆ। ਉਹ ਹੈਰਾਨ ਨੇ, ਸਾਡੀ ਬੋਲੀ ਕਿੱਦਾਂ ਬੋਲਦੇ ਆ? ਮੁਲਤਾਨੀ ਬੋਲ ਰਹੇ ਆ, ਪਸ਼ਤੋ ਬੋਲਦੇ ਆ, ਅਫਗਾਨੀ ਭਾਸ਼ਾ ਪਸ਼ਤੋ ਹੈ। ਤੇ ਆ ਸਾਡੇ ਉੱਤਰੀ ਪੰਜਾਬ ਤੇ ਆ ਲਹਿੰਦਾ ਪੰਜਾਬ ਆ ਨਾ ਜਿਹੜਾ ਪਰਲੇ ਪਾਸੇ, ਉਧਰ ਸਾਰੀ ਬੋਲਦੇ ਆ। ਪਹਿਲਾਂ ਸਾਡੇ ਇਲਾਕੇ ਦੇ ਲੋਕ ਵੀ ਬੋਲਦੇ ਸੀ ਉਰਦੂ ਅਤੇ ਪਸ਼ਤੋ ਦਾ ਜਦੋਂ ਮੈਚ ਹੋ ਜੇ ਤੇ ਬੜੀ ਸੋਹਣੀ ਬੋਲੀ ਹੋ ਜਾਂਦੀ ਹੈ। ਹੁਣ ਇਹ ਲੋਕ
ਕਸ਼ਮੀਰ ਵਾਲੇ ਅੱਜ ਵੀ ਬੋਲਦੇ ਥੋੜੀ ਬਹੁਤੀ ਪਸ਼ਤੋ। ਗੁਰੂ ਨਾਨਕ ਸਾਹਿਬ ਨੂੰ ਨਾ ਸਵਾਲ ਕੀਤੇ ਪਸ਼ਤੋ ਭਾਸ਼ਾ ਵਿੱਚ, ਗੁਰੂ ਸਾਹਿਬ ਉਸੇ ਬੋਲੀ 'ਚ ਦੱਸ ਰਹੇ ਆ। ਮਰਦ ਕਹਿੰਦੇ ਆਓ ਜੀ, ਕਹਿੰਦਾ ਮੈਂ ਪੀਰ ਹਾਂ, ਐਵੇਂ ਨਾ ਸਮਝ ਲਿਓ ਵੀ ਨੀਲੇ ਕੱਪੜੇ ਪਾਈ ਫਿਰਦਾ ਹਾਜੀ। ਕਿੱਡਾ ਵੱਡਾ ਰੁਤਬਾ ਹੈ, ਧਰਮ 'ਚ ਰੁਤਬਿਆਂ ਦੀ ਗੱਲ ਹੁੰਦੀ ਹੈ। ਸਿੱਖ ਧਰਮ 'ਚ ਮੈਂ ਕੱਲ ਵੀ ਬੇਨਤੀ ਕੀਤੀ ਵੀ ਜਥੇਦਾਰਾਂ ਦਾ ਰੁਤਬਾ ਕਿੱਡਾ ਵੱਡਾ ਹੈ। 5 ਤਖਤਾਂ ਦੇ ਜਥੇਦਾਰ ਇਕੱਠੇ ਹੋਣ ਤੇ ਪੰਥ ਫੈਸਲਾ ਮੰਨਦਾ, ਉਹ ਅਲੱਗ ਗੱਲ ਆ ਵੀ ਅੱਜ ਲਾਇਕ ਇਹਨਾਂ ਦੇ ਹੋਏ ਆ, ਪਰ ਗੁਰੂ ਸਾਹਿਬ ਨੇ ਤੇ ਬਹੁਤ ਵੱਡੇ ਰੁਤਬੇ ਦਿੱਤੇ ਆ ਨਾ। ਇਸਲਾਮ ਦੇ ਵਿੱਚ ਪੀਰਾਂ ਦਾ ਰੁਤਬਾ ਸਭ ਤੋਂ ਵੱਡਾ ਹੈ। ਪੀਰ ਕਬਰਾਂ 'ਚ ਪਿਆਂ ਨੂੰ ਨਹੀਂ ਕਹਿੰਦੇ, ਪੀਰ ਕਹਿੰਦੇ ਆ ਸੰਤ ਬੰਦੇ ਨੂੰ, ਪੂਜਨੀਕ ਪਰਸਨ ਨੂੰ, ਜਿਹਦਾ ਬਚਨ ਕੋਈ ਰਾਜਾ ਮਹਾਰਾਜਾ ਮੋੜੇ ਨਾ, ਜਿਵੇਂ ਸਾਈਂ ਮੀਆਂ ਮੀਰ, ਪੀਰ ਭੀਖਮ ਸ਼ਾਹ ਕੌਣ ਸੀ, ਪੜੋ ਉਹਨਾਂ ਬਾਰੇ। ਮਰਦ ਕਹਿੰਦੇ ਬੜੀ ਚੰਗੀ ਗੱਲ ਹੈ ਭਾਈ, ਆਓ ਸਾਡੇ ਕੋਲ ਬੈਠੋ। ਕਹਿੰਦੇ ਅਸੀਂ ਇਹ ਪੁੱਛਣਾ ਚਾਹੁੰਦੇ ਆ, ਤੁਸੀਂ ਆਏ ਤੇ ਪਤਾ ਲੱਗ ਗਿਆ ਬੇਗਮਪੁਰੇ ਤੋਂ, ਪਰ ਇਹ ਨਹੀਂ ਪਤਾ ਲੱਗਿਆ ਵੀ ਤੁਸੀਂ ਹੈ ਕੌਣ। ਵਿੱਚ ਵਿਚਾਲੇ ਜੇ ਗੱਲ ਕਰਤੀ ਵੀ ਅਸੀਂ ਤੇ ਸਾਂਝੇ ਆ, ਪਰ ਕਲੀਅਰ ਨਹੀਂ ਵੀ ਮੁਸਲਮਾਨ ਉਹ ਜਾਣਨਾ ਹੀ ਚਾਹੁੰਦੇ ਆ ਵੀ ਜੇ ਮੁਸਲਮਾਨ ਆ ਤੇ ਗੱਲ ਠੀਕ ਹੈ, ਜੇ ਹਿੰਦੂ ਨੇ ਇਹਨਾਂ ਨੂੰ ਇੱਥੋਂ ਦੂਰ ਕਰੀਏ। ਤਰਕ ਸੰਗ ਤਿੰਨ ਬਚਨ ਪ੍ਰਕਾਸ਼ਾ, ਇਹ ਕਿਤਾਬ ਜੋ ਤੇਰੇ ਪਾਸਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਰਕ ਕਰਕੇ ਪੀਰ ਪਤਾ ਕੀ ਕਹਿੰਦਾ, ਕਹਿੰਦਾ ਉਹ ਬਾਬਾ, ਬਾਬਾ ਸ਼ਬਦ ਇਸਲਾਮ 'ਚ ਵੀ ਵੱਡਾ ਹੈ, ਆ ਤੇਰੀ ਕੱਛ 'ਚ ਕਿਤਾਬ ਰੱਖੀ ਹੈ। ਭਾਈ ਗੁਰਦਾਸ ਲਿਖਦੇ ਆ, ਅਸ ਆਸਾ ਹੱਥ ਆਸਾ ਕਿਤਾਬ ਕਛ। ਇਹ ਕਦੋਂ ਜ਼ਿਕਰ ਆਇਆ ਸੀ, ਜਦੋਂ ਸਤਿਗੁਰ ਜੀ ਮੁਲਤਾਨ ਗਏ ਆ, ਜਿੱਤੋਂ ਅੱਗੇ ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਫੇਰ ਬਾਬਾ ਮੱਕੇ ਗਿਆ, ਸਾਰਾ ਵਿਸਥਾਰ ਉਸ ਸ਼ਬਦ ਵਿੱਚ ਹੀ ਆਏਗਾ। ਕਹਿੰਦਾ ਕਿਤਾਬ 'ਚ ਕੀ ਹੈ। ਹੁਣ ਕਿਤਾਬ ਸ਼ਬਦ ਸੁਣ ਕੇ ਬੜਿਆਂ ਨੂੰ ਹੁੰਦਾ ਯਾਰ ਕਿਤਾਬ ਕਿਉਂ ਆ ਗਿਆ। ਸਨਾਤਨ ਮਤ ਵਿੱਚ ਤੇ ਸਿੱਖ ਧਰਮ ਵਿੱਚ ਧਾਰਮਿਕ ਪੁਸਤਕਾਂ ਨੂੰ ਕਿਹਾ ਜਾਂਦਾ ਏ ਗ੍ਰੰਥ, ਧਾਰਮਿਕ ਗ੍ਰੰਥ। ਅੰਗਰੇਜ਼ੀ ਵਾਲੇ ਕਹਿੰਦੇ ਆ ਬੁੱਕ, ਕ੍ਰਿਸਚਨ ਆਖ ਦਿੰਦੇ ਆ ਹੋਲੀ ਬੁੱਕ, ਵੀ ਧਾਰਮਿਕ ਗ੍ਰੰਥ ਹੈ, ਧਾਰਮਿਕ ਪੁਸਤਕ ਹੈ। ਪਰ ਇਸਲਾਮ ਦੇ ਵਿੱਚ ਨਾ ਪੁਸਤਕ ਕਿਹਾ ਜਾਂਦਾ, ਨਾ ਗ੍ਰੰਥ ਕਿਹਾ ਜਾਂਦਾ। ਉਹਨਾਂ ਕੋਲ 4 ਕਿਤਾਬਾਂ ਨੇ। ਕਤੇਬ ਸ਼ਬਦ ਕਿਤਾਬ ਤੋਂ ਬਣਿਆ ਹੋਇਆ। ਕਿਤਾਬ, ਕਿਤਾਬਚਾ ਜਿਹ 'ਚ ਹਿਸਾਬ ਕਿਤਾਬ ਤੇ ਚੰਗੀਆਂ ਗੱਲਾਂ ਲਿਖੀਆਂ ਜਾਂਦੀਆਂ। ਮਹਾਰਾਜ ਨੇ ਕੱਛ 'ਚ ਰੱਖੀ ਹੈ ਕਿਤਾਬ। ਉਹ ਰਜਿਸਟਰ ਸੀ ਜਿਹ 'ਚ ਬਾਣੀ ਵੀ ਲਿਖਦੇ ਸੀ, ਜੋ ਰੋਜ਼ ਨਾਮਚਾ ਦਰਜ ਕਰਦੇ ਸੀ। ਕਹਿੰਦਾ ਕਿਤਾਬ ਰੱਖੀ ਹੈ, ਇਹ 'ਚ ਲਿਖਿਆ ਵੀ ਹੈ ਕੁਛ, ਐਵੇਂ ਦਿਖਾਵਾ ਚੱਕਿਆ। ਪੀਰ ਕਹਿੰਦਾ ਬਹਾਦਰ। ਅੱਗੇ ਲੋਕਾਂ ਕੋਲ ਨੋਟ ਪੈਡ ਕਿੱਥੇ ਸੀ, ਕਿਹੜਾ ਜ਼ਮਾਨਾ ਸੀ ਉਦੋਂ। ਲੋਕੀ ਕਾਪੀਆਂ ਰੱਖਦੇ ਸੀ, ਕੋਲੇ ਬਈਆਂ ਰੱਖਦੇ ਸੀ, ਰੋਜ਼ ਦੀ ਡਾਇਰੀ ਲਾਉਂਦੇ ਸੀ, ਅੱਜ ਮੈਂ ਕੀ ਕੀਤਾ, ਮੈਂ ਕੀ ਖਾਧਾ, ਮੈਂ ਕਿੱਥੇ ਗਿਆ, ਕਿਹਨੂੰ ਮਿਲਿਆ, ਕੀ ਦਿੱਤਾ, ਕੀ ਲਿਆ। ਲੀਡਰ ਲੋਕਾਂ ਨੇ ਅੱਜ ਵੀ ਡਾਇਰੀਆਂ ਲਾਈਆਂ ਹੋਈਆਂ। ਜ਼ਿੰਮੇਵਾਰ ਬੰਦਾ ਅੱਜ ਵੀ ਆਪਣੀ ਜ਼ਿੰਦਗੀ ਦੀ ਡਾਇਰੀ ਲਿਖਦਾ ਹੈ। ਇਹੀ ਕਾਰਨ ਉਹਨਾਂ ਦੇ ਮਰਿਆਂ ਤੋਂ ਬਾਅਦ ਉਹਨਾਂ ਦੀ ਡਾਇਰੀ ਦੇ ਵਿੱਚ ਉਹਨਾਂ ਦਾ ਜੀਵਨ ਲਿਖਿਆ ਜਾਂਦਾ ਹੈ। ਤੇ ਸਾਨੂੰ ਤੇ ਇਹ ਨਹੀਂ ਪਤਾ ਅਸੀਂ ਸਵੇਰੇ ਕੀ ਖਾਧਾ ਤੇ ਦੁਪਹਿਰੇ ਕੀ ਖਾਵਾਂਗੇ, ਖਾਣ ਪੀਣ ਤੱਕ ਹੀ ਖੜੇ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਕੱਛ 'ਚ ਤੁਸੀਂ ਕਿਤਾਬ ਲਈ ਹੈ, 'ਚ ਕੁਝ ਲਿਖਿਆ ਵੀ ਹੋਇਆ ਹੈ, ਐਵੇਂ ਭਾਰ ਚੁੱਕਿਆ ਏ। ਇਹ ਤੋਂ ਪੜ ਜਾਣਤ ਕੇ ਨਾਹੀ, ਦੇਹੋ ਮਿਆਨਾ ਜੋ ਇਸ ਮਾਹੀ। ਦੱਸੋ ਕੀ ਲਿਖਿਆ ਹੈ, ਪੜ੍ਹਨਾ ਵੀ ਜਾਣਦੇ ਹੋ ਜਾਂ ਐਵੇਂ ਚੁੱਕੀ ਹੋਈ ਹੈ। ਕਿਉਂਕਿ ਜਿੰਨੀਆਂ ਕਿਤਾਬਾਂ ਨੇ ਅਰਬੀ 'ਚ ਹੁੰਦੀਆਂ ਨੇ। ਇਸਲਾਮ ਦੇ ਧਾਰਮਿਕ ਗ੍ਰੰਥ ਨੇ ਨਾ 4 ਕਿਤਾਬਾਂ, ਕੁਰਾਨ, ਅੰਜੀਲ, ਤੁਰੇਤ, ਜ਼ਬੂਰ, ਅਰਬੀ ਭਾਸ਼ਾ ਦਾ ਸੰਯੋਗ ਹੈ। ਕਹਿੰਦੇ ਮਾਇਨੇ ਦੇ ਮੈਨੂੰ ਇਹਦੇ ਮਾਇਨੇ। ਮਾਇਨਾ ਇਸੇ ਭਾਸ਼ਾ ਦਾ ਸ਼ਬਦ ਹੈ। ਅਰਥ ਦਿਓ, ਜੋ ਤੁਸੀਂ ਇਹ 'ਚ ਲਿਖਿਆ ਦਾ ਨਿਚੋੜ ਦਿਓ। ਮੋਰਲ ਕੀ ਹੈ। ਆਪਾਂ ਕਿਸੇ ਨੂੰ ਕੋਈ ਸਾਖੀ ਸੁਣਾਈਏ, ਸਿਆਣਾ ਬੰਦਾ ਕਹਿੰਦਾ ਮੈਨੂੰ ਸਾਖੀ ਨਾ ਸੁਣਾ, ਮੈਨੂੰ ਮੋਰਲ ਦੱਸ ਫਟਾਫਟ ਕੀ ਹੈ। ਛੋਟੇ ਛੋਟੇ ਬਚਪਨ 'ਚ ਪੜ੍ਹਦੇ ਸੀ ਨਾ, ਲਾਲਚੀ ਕੁੱਤਾ, ਹੰਗਰੀ ਡੌਗ। ਲਾਸਟ ਕੀ ਹੁੰਦਾ ਸੀ, ਮੋਰਲ ਸਿੱਖਿਆ ਵੀ ਲਾਲਚ ਬੁਰੀ ਬਲਾ ਹੈ। ਮਹਾਰਾਜ ਨੂੰ ਕਹਿੰਦਾ ਹੈ ਵੀ ਕਿਤਾਬਾਂ ਪੜ੍ਹੀਆਂ ਨੇ ਜਾਂ ਨਾ ਪੜ੍ਹੀਆਂ, ਜੇ ਪੜ੍ਹੀਆਂ ਤੇ ਸਾਰੀਆਂ ਕਿਤਾਬਾਂ ਦਾ ਪਰਿਚਿਆ ਦਿਓ, ਮੈਨੂੰ ਸਿੱਖਿਆ ਨਿਚੋੜ ਦੱਸੋ। ਪਹਿਲਾਂ ਹੁਣ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹੀ, ਸਹਿਜ ਪਾਠ ਪੜ੍ਹਿਆ। ਮੈਂ ਤੁਹਾਨੂੰ ਸਵਾਲ ਕਰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ, ਬਾਣੀ ਪੜ੍ਹੀ ਹੈ, ਮਰਦ ਦੀ ਸਿੱਖਿਆ ਕੀ ਹੈ ਦੱਸੋ। ਮੈਂ ਕਹਿੰਦਾ ਕਿਸੇ ਨੂੰ ਜਵਾਬ ਨਹੀਂ ਆਉਣਾ। ਕੀ ਕਵਾਂਗੇ, ਨਾਮ ਜਪੋ, ਉਹ ਤੇ ਸਾਰੇ ਧਰਮ ਕਹਿੰਦੇ ਆ। ਇਹ ਕਹੋਗੇ ਵੀ ਮਰਦ ਕਹਿੰਦੇ ਅੰਮ੍ਰਿਤ ਛਕੋ ਜੀ, ਉਹ ਤੇ ਲਿਖਿਆ ਨਹੀਂ ਕਿਤੇ। ਸਿੱਖਿਆ ਕੀ ਹੈ।
ਨਹੀਂ ਪਤਾ। ਬਹੁਤ ਔਖਾ ਏ। ਕਦੇ ਜ਼ਰੂਰ ਵਿਚਾਰ ਕਰਦੇ ਹੋ, ਬਾਣੀ ਪੜ੍ਹਦੇ ਹੋ, ਸੋਚਿਓ ਤੇ ਸਹੀ ਵੀ ਤੁਹਾਨੂੰ ਕੋਈ 100 ਸਵਾਲਾਂ ਦਾ ਇੱਕ ਸਵਾਲ ਪੁੱਛੇ, ਮਾਇਨਾ ਪੁੱਛੇ। ਗੁਰਮੁਖਾ ਗੁਰਦੁਆਰੇ ਵੀ ਜਾਂਦਾ ਹੈ, ਕਥਾ ਵੀ ਸੁਣਦਾ ਹੈ, ਸਹਿਜ ਪਾਠ ਵੀ ਕਰਦਾ ਹੈ, ਅਖੰਡ ਪਾਠ ਵੀ ਸੁਣੇ ਆ। ਇਹ ਦੱਸ ਵੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਦੋ ਅੱਖਰਾਂ 'ਚ ਦੱਸ ਵੀ ਸਿੱਖਿਆ ਕੀ ਹੈ? ਕੀ ਸਿੱਖਿਆ ਹੁਣ ਤੱਕ? ਕੋਈ ਜਵਾਬ ਨਹੀਂ ਹੈ। ਲੱਗ ਲੱਗ ਹੋਣਗੇ ਟੱਲੇ। ਉਹਨੇ ਮਰਦ ਨੂੰ ਐਡਾ ਔਖਾ ਸਵਾਲ ਕਰਤਾ, ਕਹਿੰਦਾ ਇਸ ਕਿਤਾਬਚੇ ਦੇ ਵਿੱਚੋਂ ਮੈਨੂੰ ਮਾਇਨਾ ਦਿਓ ਕੋਈ। ਉਹਨੂੰ ਪਤਾ ਸੀ ਵੀ ਇਹਨਾਂ ਨੂੰ ਪੜ੍ਹਨੀ ਨਹੀਂ ਆਉਣੀ, ਇਹ ਐਵੇਂ ਭੇਖਦਾ ਪਾਈ ਫਿਰਦੇ ਰੰਗ ਬਰੰਗੇ ਕੱਪੜੇ, ਜਿਹਨਾਂ ਨੂੰ ਇਹ ਨਹੀਂ ਪਤਾ ਵੀ ਹਾਜੀਆਂ ਦੇ ਕੱਪੜੇ ਕਿਹੜੇ ਤੇ ਟੋਪੀ ਕਿਹੜੇ ਧਰਮ ਦੀ ਪਾਈ ਫਿਰਦੇ, ਘਾੜਾ ਮਾੜਾ ਕਰੀ ਫਿਰਦੇ ਆ। ਬੜੇ ਹੰਕਾਰ ਦੇ ਨਾਲ ਬਹਾਵਲਦੀਨ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਵੇਲੇ ਸਵਾਲ ਕੀਤਾ ਏ। ਹੁਣ ਕਰ ਸ੍ਰੀ ਗੁਰ ਬਚਨ ਉਚਾਰਾ, ਪੜਨ ਕਿਤਾਬਨ ਤੀਨ ਪ੍ਰਕਾਰ। ਸਤਿਗੁਰਾਂ ਬੜੀ ਗਹਿਰੀ ਗੱਲ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪੀਰ ਜੀ ਤੁਸੀਂ ਕਿਤਾਬ ਦਾ ਮਾਇਨਾ ਪੁੱਛਿਆ ਵੀ ਕਿਤਾਬ ਪੜ੍ਹੇ ਕੀ ਹੁੰਦਾ ਹੈ? ਸਤਿਗੁਰ ਕਹਿੰਦੇ ਕਿਤਾਬਾਂ ਪੜ੍ਹਨੀਆਂ 3 ਪ੍ਰਕਾਰ ਦੀਆਂ ਹੁੰਦੀਆਂ। ਸੁਣੇ ਵਾਲਾ ਧਿਆਨ ਨਾਲ। ਜ਼ਿੰਦਗੀ ਲੰਘੀ ਪੜ੍ਹਦਿਆਂ ਦੀ, ਪੜ੍ਹਾਉਂਦਿਆਂ ਦੀ, ਪਰ ਨਹੀਂ ਪਤਾ 3 ਤਰ੍ਹਾਂ ਦੀ ਵਿਦਿਆ ਕਿਹੜੀ ਹੈ, 3 ਤਰ੍ਹਾਂ ਦੀ ਸਿੱਖਿਆ ਕਿਹੜੀ ਹੈ, ਪੜ੍ਹਾਈ ਕਿਹੜੀ ਹੈ। ਮਹਾਰਾਜ ਕਹਿੰਦੇ 3 ਤਰ੍ਹਾਂ ਦੀ ਪੜ੍ਹਾਈ ਹੈ, ਸਿੱਖਿਆ ਹੈ। ਪੀਰ ਬੜਾ ਹੈਰਾਨ ਵੀ ਦੇਸੀ ਜੇ ਬੰਦੇ, ਇੱਕ ਨੇ ਰਵਾਬ ਚੁੱਕੀ, ਇੱਕ ਮਸੱਲਾ ਚੁੱਕੀ ਫਿਰਦਾ, ਨਾਲ ਰੱਸੀਆਂ ਹੱਥਾਂ ਪੈਰਾਂ ਤੇ ਬੰਨੀ ਫਿਰਦੇ ਆ, ਗਲ 'ਚ ਜਨੇਊ, ਮੱਥੇ ਤਿਲਕ, ਹਾਜੀਆਂ ਵਾਲੇ ਕੱਪੜੇ, ਕੇਸ ਖੁੱਲੇ, ਸਿਰ ਤੇ ਟੋਪੀ, ਗਲ ਵਿੱਚ ਤਸਬੀਹ। ਇੱਕ ਦੇ ਹੱਥ 'ਚ ਲੋਟਾ ਫੜਿਆ। ਨਾ ਮੁਸਲਮਾਨ ਲੱਗਦੇ ਨਾ ਹਿੰਦੂ ਲੱਗਦੇ, ਗੱਲਾਂ ਕਿਹੜੀਆਂ? ਸਾਹਿਬ ਕਹਿੰਦੇ 3 ਪ੍ਰਕਾਰ ਦੀ ਵਿਦਿਆ ਪੜ੍ਹਨ ਦਾ ਤਰੀਕਾ। ਕੀ ਪੜ੍ਹਦੇ ਹੋ ਤੁਸੀਂ? ਹੁਣ ਇਸਲਾਮ 'ਚ ਤਰੀਕਾ ਬਹੁਤ ਬਾਖੂਬੀ ਮੁਸਲਮਾਨ ਵੀਰ ਜਾਣਦੇ ਆ। ਉਹ ਕਹਿੰਦੇ 3 ਤਰ੍ਹਾਂ ਦੀ ਵਿਦਿਆ ਪੜ੍ਹਿਆ ਕਰੋ। ਪੜ੍ਹਦੇ ਆਪਾਂ ਵੀ, ਪਰ ਕਦੇ ਵਿਚਾਰੇ ਹੀ ਨਹੀਂ, ਸੋਚੇ ਹੀ ਨਹੀਂ, ਸਮਝੇ। ਜਦੋਂ ਸਤਿਗੁਰਾਂ ਨੇ ਬਚਨ ਆਖੇ ਨਾ, ਸਾਰੇ ਬੜੇ ਧਿਆਨ ਨਾਲ ਸੁਣਨ ਲੱਗੇ ਵੀ ਕੀ ਕਹਿਣਗੇ, ਇਹਨਾਂ ਨੂੰ ਵੀ ਕੁਛ ਆਉਂਦਾ ਹੈ। ਪਰ ਪੀਰ ਨੂੰ ਇਸ ਗੱਲ ਦਾ ਦੁੱਖ ਸੀ ਵੀ ਜੇ ਇਹਨਾਂ ਸਾਰੀ ਗੱਲ ਸੁਣਾਤੀ ਸਾਡੀ ਤੇ ਇੱਜ਼ਤ ਹੀ ਨਹੀਂ ਰਹਿਣੀ ਆ। ਸਤਿਨਾਮ। ਅਸੀਂ ਤੇ ਆਪਣੇ ਕੋਲੋਂ ਨੀਚਾ ਜਤਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ। ਜੇ ਉੱਚੇ ਹੋ ਗਏ ਫਿਰ ਕੋਈ ਜਵਾਬ ਨਹੀਂ ਆਉਣਾ। ਉਸਤ ਖਾਨ ਗੋਸ਼ਤ ਮਗਜ ਹੈ ਪੁੰਨ, ਇਨਕੇ ਲੱਛਣ ਉਚਰਤ ਹੋ ਸੁਨ। ਸਤਿਗੁਰ ਕਹਿੰਦੇ ਪਹਿਲਾ ਉਸਤ ਖਾਨ, ਦੂਜਾ ਗੋਸ਼ਤ ਖਾਨ, ਤੀਜਾ ਮਗਜ ਖਾਨ। ਉਸਤ ਖਾਣਾ ਕਿਹਨੂੰ ਕਹਿੰਦੇ ਆ? ਹੱਡੀਆਂ ਚੂਸਣੀਆਂ। ਵੇਖਿਓ ਨੇ ਲੈਗ ਪੀਸ ਖਾਂਦੇ ਲੋਕੀ, ਹੱਡੀਆਂ ਚੂਸਦੇ ਆ। ਇੱਕ ਕੁੱਤੇ ਵਾਲੀ ਗੱਲ ਹੈ। ਕੁੱਤੇ ਦੇ ਮੂੰਹ 'ਚ ਖੂਨ ਆਉਂਦਾ ਹੱਡੀ ਚੂਸ ਚੂਸ ਕੇ। ਉਹ ਕਹਿੰਦਾ ਹੱਡੀ ਸਵਾਦ ਬੜੀ ਹੈ, ਪਰ ਉਹਨੂੰ ਚੰਦਰੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਹੱਡੀ 'ਚੋਂ ਖੂਨ ਨਹੀਂ ਨਿਕਲਦਾ, ਖੂਨ ਮੇਰੀ ਆਪਣੀ ਜ਼ੁਬਾਨ ਤੇ ਆਪਣੇ ਬੁੱਲਾਂ ਦਾ ਹੈ, ਮੈਂ ਆਪਣੇ ਮੂੰਹ ਚੂਸੀ ਜਾਂਦਾ ਛਿੱਲ ਛਿੱਲ ਕੇ। ਪਹਿਲਾ ਉਸਤ ਖਾਨ ਹੈ, ਦੂਜਾ ਮਗਜ ਖਾਣਾ ਜ਼ਿਕਰ ਕਰ ਰਹੇ ਆ, ਤੀਜਾ ਗੋਸ਼ਤ ਖਾਣਾ। ਗੋਸ਼ਤ ਕਹਿੰਦੇ ਆ ਮਾਸ ਖਾਣਾ। ਹੁਣ 3 ਤਰ੍ਹਾਂ ਦੀਆਂ ਚੀਜ਼ਾਂ ਨੇ, ਖਾਣ ਪੀਣ ਵਾਲੀਆਂ ਦਾ ਜ਼ਿਕਰ ਚੱਲਦਾ, ਇਹਦਾ ਪੜ੍ਹਾਈ ਨਾਲ ਕੀ ਰਹਿਣਾ? ਉਸਤ ਖਾਨ, ਗੋਸ਼ਤ ਖਾਨ, ਮਗਜ ਖਾਨ। ਹੁਣ ਮਗਜ ਤੁਹਾਡੇ 'ਚ ਸਾਰਿਆਂ ਨੇ ਖਾਧੇ ਹੋਏ ਆ ਜੀ। 4 ਤਰ੍ਹਾਂ ਦੇ ਮਗਜ ਆਪਾਂ ਆਮ ਵਰਤਦੇ ਆ। ਹੁਣ ਕਦੇ ਸੋਚਿਓ ਪੁਰਾਣੇ ਬਜ਼ੁਰਗ ਸਾਡੇ ਕਿੰਨੇ ਐਡਵਾਂਸ। ਅਸੀਂ ਕਹਿੰਦੇ ਨਾ ਵੀ ਪੰਜਾਬੀ ਪੰਜਾਬੀ ਪੰਜਾਬੀ, ਸਾਡੇ ਸਾਰੇ ਸ਼ਬਦ ਚੱਲਦੇ ਸੀ। ਅੱਜ ਵੀ ਸਾਡੇ ਬਜ਼ੁਰਗ ਉਹ ਕਹਿੰਦੇ ਬਸ ਬਹੁਤਾ ਮਗਜ ਨਾ ਖਵਾਇਆ। ਕਿਉਂ ਮਗਜ ਖਾਨਾ ਸਾਡਾ? ਹੁਣ ਮਗਜ ਖਰਬੂਜੇ ਦਾ ਵੀ ਹੈ, ਤਰਬੂਜ ਦਾ ਵੀ ਹੈ। ਮਗਜ ਕਈ ਤਰ੍ਹਾਂ ਦੀਆਂ ਸਬਜ਼ੀਆਂ 'ਚੋਂ ਵੀ ਮਿਲਦੇ ਆ, ਪਰ ਇਹ ਮਗਜ ਕੀ ਹੈ? ਕੋਈ એનર્ਜੀ ਆ ਉਹਦੇ ਵਿੱਚ। ਇਹ ਡੂੰਘੀਆਂ ਗੱਲਾਂ ਨੇ। ਗੁਰੂ ਸਾਹਿਬ ਕਹਿੰਦੇ ਆ 3 ਪ੍ਰਕਾਰ ਦੀ ਪੜ੍ਹਾਈ ਹੈ। ਕਹਿੰਦਾ ਜੀ 3 ਦੱਸੋ? ਉਸਤ ਖਾਨ, ਮਗਜ ਖਾਨ ਤੇ ਗੋਸ਼ਤ ਖਾਨ। ਮਹਾਰਾਜ ਕਹਿੰਦੇ ਸਾਰੀ ਦੁਨੀਆ ਇਹ ਪੜ੍ਹਾਈ ਕਰਦੀ ਹੈ। ਪੜ੍ਹ ਕਰ ਸਭ ਕੋ ਹੁਜਤ ਕਰਨੀ, ਉਸਤ ਖਾਨ ਇਸ ਬਿਦ ਕੀ ਬਰਨੀ। ਉਸਤ ਖਾਨ ਕਹਿੰਦੇ ਹੱਡੀਆਂ ਚੂਸਣੀਆਂ। ਧਾਰਮਿਕ ਵਿਦਿਆ ਪੜ੍ਹੀ, ਸਿਰਫ ਇਹ ਵਿਖਾਣ ਨੂੰ ਮੈਂ ਬਹੁਤ ਵੱਡਾ ਵਿਦਵਾਨ, ਮੈਂ ਬੜਾ ਵੱਡਾ ਕਥਾਵਾਚਕ। ਆਪਾਂ ਵਿੱਚ ਹੀ ਸਾਰੇ ਰਗੜੇ 'ਚ ਹੱਡੀਆਂ ਚੂਸ ਲੈਣੀਆਂ, ਲੋਕਾਂ ਨਾਲ ਬਹਿਸਦੇ ਫਿਰੀ ਜਾਣਾ। ਤੈਨੂੰ ਇਹਦਾ ਅਰਥ ਨਹੀਂ ਆਉਂਦਾ, ਤੈਨੂੰ ਇੰਨੇ ਤਰ੍ਹਾਂ ਦੇ ਅਰਥਾਂ ਦਾ ਨਹੀਂ ਪਤਾ। ਸਾਡੀ ਕੌਮ 'ਚ ਕਿੰਨੇ ਨੇ ਇਹੋ ਜਿਹੇ ਬੰਦੇ ਖਾਨ।
ਜਿਨ੍ਹਾਂ ਦੀਆਂ ਉਮਰਾਂ ਲੰਘ ਗਈਆਂ, ਪ੍ਰਾਪਰਟੀਆਂ ਇਕੱਠੇ ਕਰਦੇ ਆ, ਹੰਕਾਰ 'ਚ ਲੋਕਾਂ ਨਾਲ ਟੱਕਰ ਮਾਰਦੇ ਆ ਵੀ ਮੈਂ ਵਿਧਵਾਨ, ਮੇਰਾ ਮੁੰਡਾ ਵਿਧਵਾਨ, ਮੇਰਾ ਪੋਤਾ ਵਿਧਵਾਨ। ਪੱਲੇ ਕੀ ਹੈ? ਮਰਦ ਕਹਿੰਦੇ ਇਹ ਸੀ ਉਸਤ ਖਾਨ, ਹੱਡੀਆਂ ਚੂਸਣੀਆਂ। ਹੁਣ ਹੱਡੀ ਕੌਣ ਚੂਸਦਾ? ਕੁੱਤਾ, ਲਾਲਚੀ ਕੁੱਤਾ। ਕਦੇ ਵੇਖਿਓ ਅੱਜ ਵੀ ਕਿਸੇ ਪੈਟ ਡਾਕਟਰ ਕੋਲ ਜਾਓਗੇ ਜੋ ਵੈਟਰਨਰੀ ਦਾ ਹੈ, ਤੁਸੀਂ ਘਰੇ ਕੁੱਤਾ ਰੱਖਿਆ ਹੋਇਆ ਹੈ, ਉਹ ਵਿਹਲਾ ਬੈਠਾ ਹੈ, ਉਹ ਤੁਹਾਨੂੰ ਡੁਪਲੀਕੇਟ ਬੋਨ ਦੇਣਗੇ, ਹੱਡੀਆਂ ਦੇਣਗੇ ਵੀ ਇਹਦੇ ਮੂੰਹ 'ਚ ਪਾਈ ਰੱਖੋ, ਇਹ ਦੰਦ ਸਾਫ਼ ਕਰਨ ਵਾਸਤੇ। ਮੂੰਹ ਛਿੱਲ ਲੈਂਦਾ ਆਪਣਾ, ਦੰਦ ਵੀ ਸਾਫ਼ ਹੋ ਜਾਂਦੀ, ਐਕਸਰਸਾਈਜ਼ ਹੋ ਜਾਂਦੀ ਹੈ। ਤੇ ਜਿਹੜੇ ਹਡਵਾਰਾਂ 'ਚ ਰਹਿਣ ਵਾਲੇ ਕੁੱਤੇ ਤੁਸੀਂ ਵੇਖਿਆ, ਉਹ ਹੱਡੀ ਛੱਡਦੇ ਕੋਈ ਨਹੀਂ। ਮੂੰਹ 'ਚ ਹੱਡੀ ਹੁੰਦੀ ਉਹਨਾਂ ਦੇ, ਜਿੱਤੇ ਮਰਦੀ ਫਿਰਨ ਉਹਨੂੰ ਚੁੱਕੀ ਫਿਰਨਗੇ ਨਾਲ ਨਾਲ, ਮੂੰਹ ਆਪਣਾ ਛਿੱਲਿਆ, ਖੂਨ ਨਿਕਲਦਾ ਹੋਊ। ਸਤਿਗੁਰ ਕਹਿੰਦੇ ਵਿਦਿਆ ਪੜ੍ਹ ਕੇ ਉਸਤ ਖਾਨ ਦਾ ਕੰਮ ਕਰਨਾ, ਹੱਡੀਆਂ ਚੂਸਣੀਆਂ। ਮਤਲਬ ਲੋਕਾਂ ਨੂੰ ਬੇਵਕੂਫ ਸਮਝਣਾ ਵੀ ਜੋ ਮੈਨੂੰ ਆਉਂਦਾ ਇਹਨੂੰ ਆਉਂਦਾ ਹੀ ਨਹੀਂ, ਮੈਨੂੰ ਤੇ ਗਿਆਨ ਹੀ ਬਹੁਤ ਹੈ। ਇਹ ਕਹਿੰਦੇ ਬਹੁਤ ਮਾੜਾ ਏ। ਗੱਲ ਕਾਹਦੀ ਚੱਲਦੀ ਹੈ? ਧਾਰਮਿਕ ਗਿਆਨ ਦੀ, ਧਰਮ ਦੀ, ਦੁਨੀਆ ਦੀ। ਸਤਿਗੁਰ ਕਹਿੰਦੇ ਗਿਆਨ ਰੱਖ, ਗਿਆਨ ਹੁੰਦਾ ਰੌਸ਼ਨੀ ਕਾਹਦੇ ਲਈ ਹੈ ਜੀ? ਰਸਤਾ ਵੇਖਣ ਵਾਸਤੇ ਹੈ ਨਾ। ਹੁਣ ਚਾਨਣ ਲੈ ਕੇ ਹੱਥ ਵਿੱਚ ਲਾਲਟੇਨ ਫੜ ਕੇ ਠੋਕਰਾਂ ਖਾਂਦੇ ਫਿਰੋ। ਗੁਰੂ ਸਾਹਿਬ ਉੱਥੇ ਲਿਖਦੇ ਦੇ ਪਰਥਾਏ ਮਨ ਜਾਣਤ ਸਭ ਬਾਤ, ਜਾਣਤ ਹੀ ਅਵਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀ ਬੂਏ ਪਰੈ। ਕੁਸਲਾਤ ਕਹਿੰਦੇ ਸਿਆਣਪ ਨੂੰ, ਕਹਿੰਦੇ ਸਿਆਣਪ ਕਾਹਦੀ ਹੈ? ਹੱਥ 'ਚ ਦੀਵਾ ਲੈ ਕੇ ਡਿੱਗਿਆ ਤੇ ਚਿੱਕੜ 'ਚ ਡਿੱਗਿਆ ਤੇ ਖੂਹ 'ਚ ਹੈ। ਇਹ ਉਸਤ ਖਾਨ ਹੈ। ਲੋਕਾਂ ਦੇ ਨਾਲ ਬਹਿਸ ਕਰਨੀ ਸਿਰਫ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ, ਇਹ ਹੱਡੀਆਂ ਦਾ ਚੂਸਣਾ ਏ। ਬੁਜਰਕ ਹੋ ਬੈਠਨ ਪਠ ਕਰਕੇ, ਖਿਜਮਤ ਕਰਵਾਵਨ ਹਿਤ ਧਰ ਕੇ। ਬੁਜਰਕ ਨਾਮ ਹੈ ਪੂਜਨੀਕ ਦਾ, ਇਹ ਫਾਰਸੀ ਦੇ ਸ਼ਬਦ ਨੇ। ਇਹ ਤੋਂ ਅੱਗੇ ਕਹਿੰਦੇ ਇੱਕ ਤੇ ਪੂਜਨੀਕ ਬਣ ਕੇ ਬਹਿ ਗਿਆ, ਦੂਜਾ ਖਿਜਮਤ, ਇਹ ਵੀ ਉਸੇ ਬੋਲੀ ਦਾ ਸ਼ਬਦ ਹੈ, ਭਾਵ ਆਪਣੀ ਸੇਵਾ ਕਰਾਉਣੀ। ਲੋਕੀ ਕਹਿੰਦੇ ਬਹੁਤ ਵਿਦਵਾਨ ਨੇ, ਇਹਨਾਂ ਨੂੰ ਨੌਲੇਜ ਬੜੀ ਹੈ, ਧਰਮ ਦਾ ਗਿਆਨ ਬੜਾ ਹੈ, ਮੱਥੇ ਟਿਕਾਈ ਜਾਂਦਾ, ਪੂਜਾ ਕਰਾਈ ਜਾਂਦਾ। ਲੋਕਾਂ ਨੂੰ ਅਕਲ ਤੇ ਦਿੱਤੀ ਨਹੀਂ, ਸਮਝਾਇਆ ਤੇ ਹੈ ਨਹੀਂ ਵੀ ਭਾਈ ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ, ਮੈਂ ਵੀ ਤੁਹਾਡੇ ਬੰਦਿਆਂ ਵਰਗਾ ਬੰਦਾ। ਜਿਹੜੇ ਪੰਜ ਤੱਤ ਤੁਹਾਡੇ 'ਚੋਂ ਮੇਰੇ 'ਚ ਨੇ, ਜਿਹੜੀ ਜੋਤ ਤੁਹਾਡੇ 'ਚੋਂ ਮੇਰੇ 'ਚ, ਮੈਂ ਖਾਸ ਕਿਵੇਂ ਹੋਇਆ? ਵਿਦਿਆ ਨੇ ਤੇ ਇਹ ਦਿਖਾਉਣਾ ਸੀ ਨਾ, ਗੁਰੂ ਨਾਨਕ ਸਾਹਿਬ ਦੀ ਵਿਦਿਆ ਅੰਨਿਆਂ ਨੂੰ ਰਾਹ ਵਿਖਾਉਂਦੀ ਚਾਨਣ ਦੇ ਕੇ, ਤੇ ਸਾਡੀ ਵਿਦਿਆ ਹੰਕਾਰੀ ਬਣਾ ਦਿੰਦੀ ਬੰਦੇ ਨੂੰ। ਮੈਂ ਕਹਿੰਦਾ ਅਗਲਾ ਕਹਿੰਦਾ ਮੇਰੇ ਜਿੰਨਾ ਪੜ੍ਹਿਆ ਲਿਖਿਆ ਕੋਈ ਨਹੀਂ, ਉਹ ਬੇਵਕੂਫ ਆਪੀ ਬਣਾ ਫਿਰੀ ਜਾਂਦਾ, ਸੁਣਦਾ ਹੀ ਨਹੀਂ, ਮੰਨਦਾ ਹੀ ਨਹੀਂ ਕਿਸੇ। ਸਾਹਿਬ ਕਹਿੰਦੇ ਬੁਜਰਕ ਖਾਦਾ, ਆਪਣੇ ਆਪ ਨੂੰ ਪੂਜਨੀਕ ਬਣ ਕੇ ਬਹਿ ਗਿਆ, ਲੋਕਾਂ ਤੋਂ ਖਿਜਮਤ ਕਰਾਈ, ਚੇਲੇ ਚਾਟੜੇ ਰੱਖੇ, ਪੈਰੀ ਹੱਥ ਲਵਾਏ, ਮੱਥੇ ਟੇਕੇ। ਇਹਨੂੰ ਕਹਿੰਦੇ ਖਿਜ਼ਮਤ ਕਰਨਾ। ਲੋਕੀ ਅੱਗੇ ਪਿੱਛੇ ਹੱਥ ਜੋੜੀ ਫਿਰਦੇ, ਕਹਿੰਦੇ ਜੀ ਗਿਆਨ ਬਹੁਤ ਹੈ। ਧਾਰਮਿਕ ਬੰਦੇ ਨੇ ਸ਼ਰਾਫ ਹੀ ਨਾ ਦੇ ਦੇਣ। ਮਰਦ ਕਹਿੰਦੇ ਇਹ ਸਿਰਫ ਹੱਡੀ ਚੂਸਣ ਵਾਲਾ ਸਵਾਦ ਸੀ, ਜਿਵੇਂ ਹੱਡੀ ਦੀ ਚੂਸ ਕੇ ਇੱਕ ਕੁੱਤੇ ਨੂੰ ਸਵਾਦ ਆਇਆ। ਕਹਿੰਦੇ ਬੰਦੇ ਨੂੰ ਆਪਣੀ ਵਿਦਿਆ ਕਰਕੇ, ਲੋਕਾਂ ਨੂੰ ਛੋਟਾ ਵਿਖਾ ਕੇ, ਆਪ ਵੱਡਾ ਬਣ ਕੇ, ਹੱਡੀ ਚੂਸ ਕੇ, ਆਪਣਾ ਹੀ ਖੂਨ ਪੀ ਕੇ ਵੀ ਮੈਂ ਮਹਾਨ ਆ, ਬੜਾ ਚੰਗਾ ਲੱਗਦਾ ਏ। ਕਰ ਹੰਕਾਰ ਬਦੈ ਨਹਿ ਕਾਹੂੰ, ਗੋਸ਼ਤ ਨਾਮ ਕਹਿਤ ਹੈ ਤਾਹੂੰ। ਤੇ ਦੂਜਾ ਇਹ ਗੋਸ਼ਤ ਖਾਣਾ, ਮਾਸ ਖਾਣਾ। ਵਿਦਿਆ ਪੜ੍ਹ ਕੇ ਹੰਕਾਰ 'ਚ ਫੁੱਲੇ ਰਹਿਣਾ ਵੀ ਸਾਡੇ ਵਰਗਾ ਤੇ ਗਿਆਨੀਓ ਕੋਈ ਨਹੀਂ। ਮਾਫ ਕਰਿਓ, ਕਿਸੇ ਕੌਮ 'ਚ ਚਲੇ ਜਾਓ, ਜਿੰਨੇ ਪ੍ਰਚਾਰਕ ਮਿਲਣਗੇ ਨਾ, ਵਿਦਵਾਨ ਮਿਲਣਗੇ, ਕਥਾ ਵਾਲੇ ਹੋਣਗੇ ਜਾਂ ਗਿਆਨੀ ਹੋਣਗੇ, ਜਿਹਦੇ ਨਾਲ ਗਿਆਨੀ ਸ਼ਬਦ ਲੱਗ ਗਿਆ, ਤਕਰੀਬਨ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਸੱਚ ਹੈ, ਗੁਰੂ ਦੀ ਹਜ਼ੂਰੀ 'ਚ ਕਹਿਣਾ, ਇਹ ਲਿਖਿਆ ਵੀ ਹੋਇਆ ਧਾਰਮਿਕ ਗ੍ਰੰਥਾਂ ਦੇ ਵਿੱਚ ਤੇ ਸਦਾ ਰਹਿਣਾ। ਜਿਸ ਬੰਦੇ ਕੋਲ ਧਰਮ ਦੇ 4 ਅੱਖਰ ਹੋਣਗੇ ਨਾ, 4 ਗਿਆਨ ਦੀਆਂ ਗੱਲਾਂ, ਉਹ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਸਤਿਨਾਮ, ਧਰਤੀ ਤੇ ਪੈਰ ਹੀ ਨਹੀਂ ਲੱਗਦੇ ਉਹਦੇ। ਮਰਦ ਕਹਿੰਦੇ ਉਹ ਗੋਸ਼ਤ ਖਾਂਦਾ, ਮਾਸ ਖਾਂਦਾ ਏ। ਹੁਣ ਮਾਸ ਖਾਣ ਵਾਲਾ ਇਹ ਭੁੱਲ ਜਾਂਦਾ ਹੈ ਵੀ ਜਿਹਦਾ ਮੈਂ ਮਾਸ ਖਾਦਾ ਉਹਦੇ ਅੰਦਰ ਵੀ ਗੰਦਗੀ ਹੈ, ਉਹ ਵੀ ਗੰਦਗੀ ਤੋਂ ਬਣਿਆ ਹੋਇਆ ਹੈ, ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਤੋਂ ਬਣਿਆ ਹੋਇਆ ਹੈ, ਪਰ ਉਹਨੇ ਸਵਾਦ ਨਾਲ ਖਾਦਾ। ਗੁਰੂ ਸਾਹਿਬ ਕਹਿੰਦੇ ਗੋਸ਼ਤ ਖਾਣ ਵਾਲਾ ਅੱਤ ਦੇ ਹੰਕਾਰ 'ਚ ਰਹਿੰਦਾ ਏ, ਉਹ ਈਰਖਾ ਕਰੇਗਾ, ਉਹ ਸੜੇਗਾ, ਦੂਜੇ ਦੀ ਸ਼ੋਭਾ ਬਰਦਾਸ਼ਤ ਨਹੀਂ ਕਰਦਾ। ਅਠ ਕਰ ਸਿਮਰ ਹੈ ਨਾਮ ਜ਼ਰੂਰ, ਸਭ ਮਹਿ ਜਨ ਹੈ ਅਲੋਹ ਜਹੂਰ। ਇਹਦੇ 'ਚ ਇੱਕ ਗੁਣ ਤੇ ਹੈ, ਹੱਡੀਆਂ ਚੂਸਣ ਵਾਲੇ ਨਾਲੋਂ ਇੱਕ ਗੁਣ ਵੱਡਾ ਏ। ਕਹਿੰਦੇ ਅੱਲਾ ਨੂੰ ਸਾਰੀਆਂ ਥਾਵਾਂ ਤੇ ਜਾਣਦਾ ਵੀ ਹਾਂ ਬਾਈ ਰੱਬ ਸਾਰਿਆਂ 'ਚ ਹੈ। ਕਹਿੰਦੇ ਫਿਰ ਹੱਠ ਕਰਕੇ ਵੀ ਕਹਿੰਦਾ ਨਾਮ ਜਪੋ। ਦੇਖੋ ਕਿੱਡੀਆਂ ਗਹਿਰੀਆਂ ਗੱਲਾਂ, ਔਗਣ ਕਿੱਡਾ ਵੱਡਾ ਹੈ।
ਗੋਸ਼ਤ ਖਾਣਾ, ਮਾਸ ਖਾਣ ਵਾਲਾ ਬੰਦਾ, ਇਹ ਖਾਣ ਪੀਣ ਦਾ ਰੌਲਾ ਨਹੀਂ ਹੈ ਇੱਥੇ ਵੀ ਮਾਸ ਖਾਣ ਦਾ ਜ਼ਿਕਰ ਚੱਲਦਾ ਹੈ। ਭਾਵ ਜਿਵੇਂ ਮਾਸ ਖਾਣ ਵਾਲਾ ਰਾਖਸ਼ ਬਣ ਕੇ ਖਾਂਦਾ ਨਾ, ਕਹਿੰਦੇ ਇੱਕ ਗਿਆਨੀ ਗਿਆਨ ਪੜ੍ਹਦਾ ਹੈ, ਵਿਦਵਾਨ ਬਣ ਗਿਆ, ਧਰਮ ਦੀ ਸੋਝੀ ਲੋਕਾਂ ਨੂੰ ਦਿੰਦਾ ਏ, ਪਰ ਅੰਦਰੋਂ ਇੰਨਾ ਹੰਕਾਰੀ ਹੈ, ਪੂਛ ਤੇ ਪੈਰ ਨਹੀਂ ਰੱਖਣ ਦਿੰਦਾ। ਉਹ ਸਿਰਫ ਆਪਣੀ ਸ਼ੋਭਾ ਵੇਖਣੀ ਚਾਹੁੰਦਾ ਹਰ ਪਾਸੇ, ਵੀ ਮੈਥੋਂ ਵੱਧ ਸਿਆਣਾ ਕੋਈ ਨਹੀਂ। ਗੁਰੂ ਬਾਬਾ ਜੀ ਕਹਿੰਦੇ ਇਹ ਗੋਸ਼ਤ ਖਾਣ ਵਾਲਾ ਨਾਮ ਵੀ ਜਪਦਾ ਤੇ ਨਾਮ ਵੀ ਜਪਾਉਂਦਾ ਹੈ। ਕਮਾਲ ਦੀ ਗੱਲ ਹੈ। ਤੇ ਸਾਨੂੰ ਲੱਗਦਾ ਵੀ ਨਾਮ ਜਪਣ ਵਾਲਾ ਤੇ ਰੱਬ ਵਰਗਾ ਹੈ, ਪਰ ਜਪ ਕਿਹੜੇ ਤਰੀਕੇ ਨਾਲ ਰਿਹਾ, ਕਿਉਂ ਰਿਹਾ, ਕਿਹੜੀ ਨੀਅਤ ਨਾਲ ਰਿਹਾ, ਉਹਦੀ ਗੱਲ ਚੱਲਦੀ ਹੈ। ਸਾਹਿਬ ਕਹਿੰਦੇ ਹੱਡੀਆਂ ਚੂਸਣ ਵਾਲਾ ਤੇ ਮਾੜਾ, ਉਹਨੇ ਤੇ ਧਰਮ ਵਰਤਿਆ ਆਪਣੀ ਪੂਜਾ ਵਾਸਤੇ। ਜਿਵੇਂ ਅੱਜ ਕੱਲ੍ਹ ਬੜੇ ਲੋਕ ਬੈਠੇ ਆ, ਤੰਤਰ ਮੰਤਰ ਜੇ ਕਰੀ ਜਾਂਦੇ ਆ, ਲੋਕਾਂ ਨੂੰ ਲੁੱਟੀ ਜਾਂਦੇ ਆ, ਇਹ ਤੇ ਹੱਡੀਆਂ ਚੂਸਣ ਵਾਲੇ ਆ। ਪਰ ਕਹਿੰਦੇ ਮਾਸ ਖਾਣ ਵਾਲਾ ਹੱਡੀ ਵਾਲੇ ਤੋਂ ਥੋੜਾ ਵੱਡਾ ਸੀ, ਉਹਨੇ ਹੱਡੀ ਨਾਲ ਪੰਗਾ ਨਹੀਂ ਲਿਆ, ਦੰਦ ਖਰਾਬ ਨਹੀਂ ਕੀਤੇ। ਉਹ ਕਹਿੰਦਾ ਮੈਂ ਗੋਸ਼ਤ ਖਾਣਾ, ਮਾਸ ਖਾਣਾ, ਭਾਵ ਲੋਕਾਂ ਦੀ ਛਿੱਲ ਲਾਉਣੀ ਹੈ, ਰੱਬ ਦਾ ਨਾਮ ਵੀ ਜਪਾਉਣਾ, ਅੱਲਾ ਅੱਲਾ ਵੀ ਕਰਾਉਣਾ, ਤੇ ਲੋਕਾਂ ਨੂੰ ਇਹ ਵੀ ਕਹਿਣਾ ਧਰਮ 'ਚ ਪੱਕੇ ਰਹੋ। ਸਾਹਿਬ ਕਹਿੰਦੇ ਪੀਰ ਜੀ ਇਹ ਹੈ ਦੂਜਾ ਪੜ੍ਹਨਾ, ਗੋਸ਼ਤ ਖਾਣਾ ਦੁਨੀਆ ਕਰ ਰਹੀ ਹੈ, ਪਰ ਇਹਦੇ ਵਿੱਚ ਵੀ ਰੱਬ ਦੀ ਪ੍ਰਾਪਤੀ ਹੁੰਦੀ ਨਹੀਂ। ਤਵੈਤ ਹੇਤ ਕੇ ਮਿਟਿਓ ਝਗੜਾ, ਤਜਿਓ ਹੰਕਾਰ ਦੇਤੀ ਸਗਰਾ। ਪਰ ਕਹਿੰਦੇ ਜੇ ਹੰਕਾਰ ਛੱਡੂ ਅੰਦਰੋਂ ਤੇ ਆਪਣੀ ਦਵੈਤ ਦੁਬਦਾ ਗਵਾਊਗਾ, ਗੱਲ ਤਾਂ ਬਣਨੀ ਹੈ। ਮੰਨ ਲਓ ਆਪਾਂ ਆਪਣੀ ਔਗਣ ਨਾ ਛੱਡੀਏ ਤੇ ਨਾਮ ਵੀ ਜਪ ਲਈਏ, ਸੇਵਾ ਵੀ ਕਰ ਲਈਏ, ਰੱਬ ਕਿੱਥੋਂ ਉਤਾਰੂਗਾ? ਪਰਮਾਤਮਾ ਤੇ ਕਹਿੰਦਾ ਜੋ ਤੈਨੂੰ ਮੈਂ ਅਸੂਲ ਦੱਸੇ ਆ ਉਹ ਅਸੂਲ ਮੰਨ ਗਿਆ। ਤੁਸੀਂ ਕਹੋ ਮੈਂ ਨਾ ਤੇ ਬੋਰਡ ਦੇ ਪੇਪਰ ਦੇਣੇ, ਨਾ ਹਾਜ਼ਰੀ ਲਵਾਉਣੀ, ਨਾ ਐਡਮਿਸ਼ਨ ਭਰਨੀ, ਨਾ ਆਪਾਂ ਕੋਈ ਟਿਊਸ਼ਨ ਰੱਖਣਾ, ਨਾ ਕਦੇ ਪੜ੍ਹਨਾ, ਪਰ ਆਊਂ ਅੱਵਲ ਦਰਜੇ, ਹੋ ਸਕਦਾ ਹੈ? ਹਾਂ, ਸਭ ਤੋਂ ਵੱਡਾ ਇੱਕ ਕੰਮ ਕਰਨਾ ਪੈਣਾ, ਦਾਖਲਾ ਭਰਨਾ ਪੈਣਾ ਤੇ ਪੜ੍ਹਨਾ ਪੈਣਾ। ਉਹ ਤੇਰੀ ਆਪਣੀ ਹੈ, ਤੂੰ ਟਿਊਸ਼ਨ ਰੱਖ ਭਾਵੇਂ ਨਾ ਰੱਖ। ਹੁਣ ਜੇ ਬੰਦਾ ਕਹੇ ਵੀ ਮੈਂ ਧਰਮੀ ਬਣ ਗਿਆ ਜੀ, ਮੈਂ ਤੇ ਰੱਬ ਰੱਬ ਕਰਦਾ, 2 ਵੇਲੇ ਜੱਪੀ ਦਾ, ਤੇ ਦੁਕਾਨਦਾਰ ਵੀ ਜਪਦੇ ਆ, ਠੱਗੀ ਮਾਰਨ ਵਾਲਾ ਵੀ, ਚੋਰ ਵੀ ਅਰਦਾਸ ਕਰਕੇ ਤੁਰਦਾ, ਰੱਬਾ ਲਾਜ ਰੱਖ ਲਈ, ਫਿਰ ਬਚਾ ਲਈ, ਜੇ 1 ਲੱਖ ਲੁੱਟੂਗਾ ਤੇ 5000 ਤੇਰੇ ਕੋਲ ਵੀ। ਇਹਦੀ ਉਹ ਵੀ ਕਰਦੇ ਆ ਅਰਦਾਸ, ਉਹਨਾਂ ਦਾ ਰੱਬ ਨਹੀਂ ਹੈ, ਸਾਰੀ ਦੁਨੀਆ ਦਾ ਸਾਂਝਾ ਉਹ, ਇਕੱਲਾ ਸਾਡਾ ਨਹੀਂ ਹੈ। ਗੁਰੂ ਸਾਹਿਬ ਉਸ ਇਸ਼ਾਰੇ ਨੂੰ ਦੱਸ ਰਹੇ ਆ, ਕਹਿੰਦੇ ਧਰਮ ਦੀ ਦੁਨੀਆ ਵਿੱਚ ਲੋਕਾਂ ਨੇ ਗੋਸ਼ਤ ਖਾਧਾ, ਮਾਸ ਖਾਧਾ, ਪਰ ਅੰਦਰ ਦਾ ਹੰਕਾਰ ਅਜੇ ਵੀ ਪ੍ਰਬਲ ਹੈ। ਮੈਂ ਨਾਮ ਜਪਦਾ, ਮੈਂ ਸੇਵਾ ਕਰਦਾ, ਮੈਂ ਮਹਾਨ ਹਾਂ, ਮੈਂ ਪੀਰ ਹਾਂ, ਮੈਂ ਫਕੀਰ ਹਾਂ। ਗਿਆਨ ਬੜਾ ਹੈ ਵੀ ਸਾਨੂੰ ਤੇ ਰੱਬ ਨੇ ਸਪੈਸ਼ਲੀ ਬਣਾਇਆ ਹੋਇਆ ਹੈ। ਇਹ ਹੰਕਾਰ ਹੈ ਵੀ ਅਸੀਂ ਤੇ ਮਹਾਨ ਬੰਦੇ ਹਾਂ ਜੀ, ਸਾਨੂੰ ਤੇ ਪ੍ਰਮਾਤਮਾ ਨੇ ਇੱਧਰ ਹੀ ਜਨਮ ਦਿੱਤਾ, ਅਸੀਂ ਤੇ ਇੱਧਰ ਹੀ ਰਹਿਣਾ, ਸਾਡਾ ਤੇ ਸਾਰਾ ਹੀ ਪਰਿਵਾਰ ਜੁੜਿਆ ਇਸ ਪਾਸੇ। ਇਹ ਵੀ ਇੱਕ ਹੰਕਾਰ ਹੈ, ਉਹਦਾ ਕੋਈ ਪਤਾ ਨਹੀਂ ਉਹ ਕਿਹਨੂੰ ਜੋੜ ਦੇਵੇ ਤੇ ਕਿਹੜੇ ਜੁੜੇ ਨੂੰ ਤੋੜ ਦੇਵੇ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਸੁਣ ਕੇ ਬਹਾਵਲਦੀਨ ਪੀਰ ਬੜਾ ਅਚਰਜ ਹੁੰਦਾ ਏ। ਮਨ ਹੈ ਸੀਸ ਖੁਦਾਏ ਰਜਾਈ, ਮਗਜ ਨਾਮ ਹੈ ਤਾਹੀ ਕਹਾਈ। ਤੀਜੀ ਵਿਦਿਆ ਸਤਿਗੁਰ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ, ਹੰਕਾਰ ਛੱਡ ਕੇ ਉਹਦਾ ਭਾਣਾ ਮੰਨਣਾ। ਕਹਿੰਦੇ ਇਹ ਹੈ ਮਗਜ ਖਾਣਾ। ਆਖੋ ਸਤਿਨਾਮ। ਤੁਸੀਂ ਇਹ ਦੱਸੋ ਜੀ, ਦੁਨਿਆਵੀ ਤੌਰ ਤੇ ਸਾਇੰਟੀਫਿਕ ਡਾਕਟਰਾਂ ਨੂੰ ਪੁੱਛੋ ਵੀ ਮਾਸ ਖਾਣਾ ਸਿਹਤ ਲਈ ਚੰਗਾ ਹੈ? ਪਹਿਲਾਂ ਕਹਿੰਦੇ ਆ ਭਾਈ ਜੇ ਲੀਵਰ ਬਚਾਉਣਾ ਤੇ ਛੱਡ ਦੇ, ਸ਼ਰਾਬ ਛੱਡ ਦੇ, ਮਾਸ ਛੱਡ ਦੇ। ਅੱਜ ਕਹਿੰਦੇ ਆ ਨਾ ਪੀਜੀਆਈ ਵਾਲੇ ਵੀ ਨਾਨ ਵੈਜ ਛੱਡੋ, ਕੋਲੈਸਟਰੋਲ ਤੋਂ ਬਚੋ, ਕਹਿ ਰਹੇ ਅੱਜ। ਧਰਮ ਤੇ ਕਦੋਂ ਦਾ ਕਹਿੰਦਾ ਵੀ ਛੱਡੋ ਇਹ ਚੀਜ਼ਾਂ। ਹੁਣ ਭਾਵ ਇੱਥੇ ਇਕੱਲਾ ਮਾਸ ਦਾ, ਸ਼ਰਾਬ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਮਗਜ ਵੱਡਾ ਹੈ। ਮਗਜ ਕੀ ਹੈ? ਸਾਰੇ ਲੋਕ ਕਹਿੰਦੇ ਅਖਰੋਟ ਖਾਓ, ਮਗਜਾਂ ਚੋਂ ਅਖਰੋਟ, ਬਦਾਮਾਂ ਚੋਂ ਹੈ, ਇਹ ਮਗਜਾਂ ਦੀ ਕੈਟਾਗਰੀ 'ਚ ਆ ਜਾਂਦੇ, ਡਰਾਈ ਫਰੂਟ। ਇਹਨਾਂ 'ਚ ਕੀ ਕੁਝ ਹੈ? ਇਹ 'ਚ ਕੁਦਰਤੀ ਸਰੋਤ ਨੇ, ਮਿਨਰਲ ਨੇ, ਵਿਟਾਮਿਨ ਨੇ, ਬਹੁਤ ਕੁਝ ਐਸਾ ਹੈ ਜੋ ਇਹਨਾਂ 'ਚ ਪਾਇਆ ਜਾਂਦਾ ਹੈ। ਤੇ ਤੁਸੀਂ ਇਹ ਵੇਖੋ ਪਰਮਾਤਮਾ ਦੀ ਖੇਡ, ਆਹ ਸਰਜਰੀਆਂ ਤੇ ਦੁਨੀਆ ਹੁਣ ਕਰਨ ਲੱਗੀ ਹੈ। ਐਕਸਰੇ ਮਸ਼ੀਨਾਂ 100 ਸਾਲ ਪਹਿਲਾਂ, 150 ਸਾਲ ਪਹਿਲਾਂ ਆਈਆਂ ਹੋਣਗੀਆਂ, ਚਲੋ ਅੰਦਾਜ਼ਨ ਵੈਸੇ ਲਾ ਲੂਗਾ, ਕਿਸੇ ਕੰਟਰੀ 'ਚ ਪਹਿਲਾਂ ਵੀ ਸੀ। MRI ਹੁਣ ਆਈ ਹੈ। ਕਿਹਨੇ ਦੱਸਿਆ ਸੀ ਬੰਦੇ ਨੂੰ ਵੀ ਬਦਾਮ ਅਖਰੋਟ ਦੀ ਸ਼ਕਲ ਵਰਗਾ ਸਾਡਾ ਦਿਮਾਗ ਹੈ? ਖੋਲ ਕੇ ਵੇਖੋ, ਉਦਾਂ ਦੀ ਕਿਤੇ ਨਾ ਕਿਤੇ ਲੋਕ ਸਮਝਦਾਰ ਸੀ, ਗਿਆਨਵਾਨ ਸਨ, ਜਾਣਦੇ ਸੀ। ਤੇ ਹੁਣ ਜਿਹੜਾ ਸਾਡੇ ਦਿਮਾਗ ਦੇ ਕੋਲ ਇੱਕ ਛੋਟਾ ਜਿਹਾ ਪਾਰਟ ਹੈ,
ਕੋਈ ਅਡਨਲ ਗਲੈਂਡ ਵੀ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਛੋਟੇ ਛੋਟੇ ਇੱਦਾਂ ਦੇ ਪੁਰਦੇ ਆ, ਜੇ ਉਹ ਹਿੱਲ ਜੇ ਤੇ ਬੰਦਾ ਬਦ ਦਿਮਾਗ ਹੋ ਜਾਂਦਾ, ਫਲੂਟ ਫੈਲ ਜਾਂਦਾ ਹੈ। ਪਿਛਲੇ ਪਾਸੇ ਜਿਹਨੂੰ ਕਹਿੰਦੇ ਆ ਭੇਜਾਂ, ਮਗਜ਼। ਹੁਣ ਮਗਜ਼ ਦੀ ਸ਼ੇਪ ਕਾਹਦੇ ਵਰਗੀ ਹੈ? ਡਰਾਈ ਫਰੂਟ ਵਰਗੀ। ਤੇ ਮਗਜ਼ ਖਾਣਾ ਚੰਗਾ ਜਾਂ ਮਾਸ ਖਾਣਾ ਚੰਗਾ, ਤੁਸੀਂ ਆਪ ਡਿਸਾਈਡ ਕਰੋ, ਜਾਂ ਹੱਡੀ ਚੂਸਣੀ ਚੰਗੀ। ਸਿਆਣਾ ਬੰਦਾ ਇਹ ਕਹਿੰਦਾ ਨਾ ਵੀ ਡਰਾਈ ਫਰੂਟ ਖਾ, ਇਹ ਮਹਿੰਗਾ, ਮਾਸ ਕੀ ਰੇਟ ਕਿਲੋ ਮਿਲ ਜੂਗਾ, ਤੇ ਬਦਾਮ ਮਿਲ ਜਾਣਗੇ ਕਿਲੋ। ਅਗਲਾ 1000-1200 ਤੋਂ ਘੱਟ ਹੱਥ ਨਹੀਂ ਲਾਉਣ ਦਿੰਦਾ। ਅਖਰੋਟ ਲੈ ਲਓ, ਜੋ ਮਰਜ਼ੀ ਲੈ ਲਓ, ਕੁਆਲਿਟੀ ਹੈ ਨਾ। ਕਿਉਂ? ਕਿਉਂਕਿ ਮਗਜ਼ ਨੇ, ਉਹ ਪਿਓਰ ਹੈ, ਉਹ ਸੱਤ ਹੈ, ਉਹ ਕੁਦਰਤ ਨੇ ਬਣਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਮਗਜ਼ ਖਾਣ ਦੀ ਵਿਦਿਆ ਜਿਹੜਾ ਪੜ੍ਹਦਾ ਨਾ, ਉਹ 'ਚ ਹੰਕਾਰ ਨਹੀਂ ਹੁੰਦਾ, ਉਹ ਨਾਮ ਵੀ ਜਪਦਾ, ਉਹ ਰੱਬ ਦਾ ਭਾਣਾ ਵੀ ਮੰਨਦਾ। ਸਤਿਨਾਮ। ਕਹਿੰਦੇ ਆਹ ਵਿਦਿਆ ਵੱਡੀ ਹੈ। ਹੱਡੀਆਂ ਚੂਸਣ ਦਾ ਕੀ ਫਾਇਦਾ? ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਵਜੇ ਉੱਠਦਾ, ਇਹ ਹੱਡੀ ਚੂਸਣਾ। ਆਪਣੀ ਪੂਜਾ ਕਰਾਉਣੀ, ਮੱਥੇ ਟਿਕਾਉਣਾ, ਧਰਮ ਦੀ ਗੱਲ ਦੱਸ ਕੇ ਆਪਣੇ ਆਪ ਨੂੰ ਮਹਾਨ ਦੱਸਣਾ, ਇਹ ਤੋਂ ਅੱਗੇ ਆ ਗਿਆ ਫਿਰ ਮਾਸ ਖਾਣ ਵਾਲਾ ਕੰਮ, ਗੋਸ਼ਤ ਖਾਣਾ। ਮਹਾਰਾਜ ਕਹਿੰਦੇ ਐਵੇਂ ਫੁੱਲੀ ਜਾਣਾ, ਆਕੜ ਰੱਖਣੀ, ਹੰਕਾਰ ਰੱਖਣਾ, ਬੰਦੇ ਨੂੰ ਬੰਦਾ ਨਹੀਂ ਸਮਝਣਾ, ਧਰਮ ਨੂੰ ਘਟਾਉਣਾ ਜਾਣੀ ਜਾਣਾ, ਤੇ ਧਰਮ ਨੂੰ ਵਰਤਣਾ ਵੀ ਹੈ ਆਪਣੀ ਪੂੰਜੀ ਹੈ। ਪਰ ਸਾਰਿਆਂ ਤੋਂ ਵੱਡੀ ਵਿਦਿਆ ਹੈ ਮਗਜ਼ ਖਾਣ ਦੀ। ਤੇ ਸਿਆਣੇ ਆਪਾਂ ਨੂੰ ਆਮ ਕਹਿੰਦੇ ਸੀ ਨਾ, ਬਹੁਤਾ ਨਾ ਬੋਲਿਆ ਕਰੋ ਬੱਚਿਓ, ਮਗਜ਼ ਨਾ ਖਾਓ। ਮਤਲਬ ਦਿਮਾਗ ਇੱਕ ਪਵਿੱਤਰ ਸ਼ਬਦ ਹੈ ਮਗਜ਼, ਜਿਹਦੇ ਵਿੱਚ ਸਮਝ ਹੈ, ਜਿਹਦੇ ਵਿੱਚ ਗਿਆਨ ਹੈ, ਜਿਹਦੇ ਵਿੱਚ ਕੁਦਰਤ ਦੀਆਂ ਗੱਲਾਂ ਨੇ, ਰੱਬ ਦੇ ਨਿਯਮ ਨੇ, ਪਿਆਰ ਦੀ ਭਾਸ਼ਾ ਹੈ, ਸਾਰਾ ਕੁਛ ਤੇ ਉਹਦੇ 'ਚ ਹੈ। ਦਇਆ ਧਰਮ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੀਜਾ ਭਾਈ ਮਗਜ਼ ਖਾਣਾ ਹੈ। ਇਹ ਪੜ੍ਹਾਈ, ਇਹ ਵਿਦਿਆ ਸਭ ਤੋਂ ਉੱਤਮ ਮੰਨੀ ਗਈ ਹੈ। ਸੁਣ ਸੋ ਕਹੈ ਕੁਲਹਿ ਸਿਰ ਧਾਰੇ, ਕਿਹ ਕਾਰਨ ਮੁਖ ਕਰੋ ਉਚਾਰੇ। ਸੌਖੇ ਤਰੀਕੇ ਤੇ ਸਮਝ ਲਈਏ ਇਹਨਾਂ ਨੂੰ। ਪੜ੍ਹਿਆ ਤੇ ਬੰਦਾ ਏ ਵੱਡੇ ਅਹੁਦੇ ਤੇ ਪਹੁੰਚ ਗਿਆ, ਪਰ ਲੈਂਦਾ ਰਿਸ਼ਵਤਾਈਆਂ। ਉਹ ਕੀ ਹੈ? ਹੱਡੀਆਂ ਚੂਸਣ ਵਾਲਾ। ਮਾਸ ਖਾਣ ਵਾਲਾ ਕਿਹੜਾ ਉਹਨਾਂ 'ਚ? ਪੜ੍ਹ ਵੀ ਲਿਆ, ਨੌਕਰੀ ਵੀ ਕਰ ਲਈ, ਪਰ ਅੰਦਰ ਇੱਕ ਇੱਛਾ ਹੈ ਲੋਕ ਮੇਰਾ ਪਾਣੀ ਭਰਨ, ਮੇਰੇ ਅੱਗੇ ਪਿੱਛੇ ਲੋਕ ਤੁਰਨ, ਮੈਂ ਕੰਮ ਵੀ ਕਰਾਂ, ਲੈ ਦੇ ਕੇ ਮਾੜਾ ਮੋਟਾ ਕਰੀ ਜਾਵਾਂ, ਮੇਰਾ ਪਤਾ ਵੀ ਨਾ ਲੱਗੇ, ਪਰ ਮੈਂ ਮਹਾਨ ਬਣਿਆ ਰਵਾਂ। ਤੇ ਤੀਜਾ, ਇੱਕ ਬੰਦਾ ਪੜ੍ਹਿਆ, ਪੜ੍ਹ ਕੇ IAS IPS ਲੱਗ ਗਿਆ, ਉਹ ਕਹਿੰਦਾ ਜੋ ਮਰਜ਼ੀ ਹੋ ਜੇ, ਨਾ ਹਰਾਮ ਦਾ ਪੈਸਾ ਖਾਣਾ, ਨਾ ਖਾਣ ਦੇਣਾ, ਇਮਾਨਦਾਰੀ ਦੀ ਡਿਊਟੀ ਕਰਨੀ, ਮੈਂ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਹਾਂ। ਪੜ੍ਹਿਆ ਉਹ ਵੀ ਹੈ, ਪੜ੍ਹਿਆ ਰਿਸ਼ਵਤ ਲੈਣ ਵਾਲਾ ਵੀ ਸੀ, ਪੜ੍ਹਿਆ ਡਾਕੇ ਮਾਰਨ ਵਾਲਾ ਵੀ ਸੀ, ਜਿਹਨੇ ਧੰਦੇ ਲੱਭ ਲਏ ਵੀ ਜੇ ਆਹ ਇੰਟਰਨੈਟ ਚੱਲੇ ਇਹਦੇ ਨਾਲ ਬੈਂਕ ਕਿਵੇਂ ਲੁੱਟਿਆ ਜਾ ਸਕਦਾ, ਆਹ ਫੋਨ ਖਾਲੀ ਕਿਵੇਂ ਕੀਤਾ ਜਾ ਸਕਦਾ ਹੈ। ਤੇ ਪੜ੍ਹਾਈ ਉਹ ਸੀ। ਵਰਤੀ ਕਿਹੜੇ ਪਾਸੇ? ਹੱਡੀਆਂ ਚੂਸਣ ਵਾਲੇ ਪਾਸੇ। ਇੱਕ ਨੇ ਵਰਤ ਲਈ ਸਮਾਜ ਦੀ ਭਲਾਈ, ਧਰਮ ਦੀ ਭਲਾਈ, ਲੋਕਾਂ ਦੇ ਭਲੇ ਲਈ ਕੰਮ ਕੀਤਾ। ਬੜੇ ਤੁਹਾਨੂੰ ਆਫੀਸਰ ਮਿਲਣਗੇ ਅੱਜ, ਆਪਣੀਆਂ 80-80 ਹਜ਼ਾਰ ਦੀਆਂ ਨੌਕਰੀਆਂ ਛੱਡ 2-2 ਲੱਖ ਦੀਆਂ। ਕੋਈ ਖੇਤੀ ਕਰਨ ਲੱਗ ਪਿਆ, ਕੋਈ ਗਰੀਬਾਂ ਦਾ ਸਹਾਰਾ ਬਣ ਗਿਆ। ਉਹ ਕੀ ਹੈ? ਉਹ ਹੈ ਮਗਜ਼ ਖਾਣ ਦੀ ਵਿਦਿਆ। ਮਹਾਰਾਜ ਕਹਿੰਦੇ ਉਹ ਵਿਦਿਆ ਨੂੰ ਪੜ੍ਹ ਕੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਪੜ੍ਹ ਕੇ ਪਰਉਪਕਾਰ ਕਰਨਾ ਸੀ, ਵਿਦਿਆ ਵੇਚਣੀ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਮਗਜ਼ ਖਾਣ ਦੀ ਵਿਦਿਆ ਸਭ ਤੋਂ ਉੱਤਮ ਹੈ। ਕਹਿੰਦਾ ਜੀ ਫਿਰ ਅੱਜ ਤੁਸੀਂ ਸਿਰ ਤੇ ਟੋਪੀ ਪਾਈ ਹੈ, ਇਹਦਾ ਕੀ ਭਾਵ ਹੈ? ਮਰਦ ਕਹਿੰਦੇ ਅੰਦਰੋਂ ਖਾਲੀ ਹੈ ਨਾ, ਗਹਿਰੀ ਹੈ। ਇਹਦੇ ਜਿੰਨੀ ਗਹਿਰੀ ਅੰਦਰੋਂ ਸੋਚ ਰੱਖੀ ਹੈ। ਤਬ ਬੋਲੇ ਬੇਦੀ ਕੁਲ ਕੀਤਾ, ਕੁਲਹ ਤਨ ਕੋ ਸਮਝੋ ਹੋਇਤਾ। ਸਤਿਗੁਰ ਕਹਿੰਦੇ ਭਾਈ ਆ ਸਿਰ ਤੇ ਟੋਪੀ ਪਾਉਣ ਦਾ ਭਾਵ ਹੈ ਪ੍ਰੇਮ ਰੱਖਣਾ। ਪਗੜੀ ਬੰਨ ਲਈ ਸਿਰ ਤੇ, ਇੱਕ ਪ੍ਰੇਮ ਦੀ ਨਿਸ਼ਾਨੀ ਆ ਵੀ ਇਹ ਸਿਰ ਉਸ ਪਰਮਾਤਮਾ ਦਾ ਹੀ ਨਹੀਂ ਝੁਕਦਾ ਕਿਸੇ ਤੇ। ਪੱਗ ਕਾਹਦੀ ਨਿਸ਼ਾਨੀ ਹੈ? ਪਰਮੇਸ਼ਰ ਦੀ, ਅਕਾਲ ਪੁਰਖ ਦੀ ਦਿੱਤੀ ਹੋਈ ਇਹ ਦਾਤ ਹੈ। ਇਸੇ ਕਰਕੇ ਹਰ ਪੱਗ ਨੂੰ ਸਲਾਮ ਹੁੰਦੀ, ਸਜਦਾ ਹੁੰਦਾ, ਮੱਥਾ ਟੇਕਿਆ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਭਾਈ ਆਹ ਜਿਹੜੀ ਅਸੀਂ ਸਿਰ ਤੇ ਕੁਲਹਾ ਪਾਈ ਹੈ ਨਾ, ਟੋਪੀ ਪਾਈ ਹੈ, ਇਹ ਪਰਮਾਤਮਾ ਨਾਲ ਪ੍ਰੇਮ ਲਾਉਣਾ ਵੀ ਐਡਾ ਪ੍ਰੇਮ ਤੇਰਾ ਹੋਣਾ ਚਾਹੀਦਾ ਉੱਚਾ। ਸਿਰ ਉੱਚਾ ਨਾ, ਪੱਗ ਉੱਚੀ ਹੈ। ਇਹਦਾ ਭਾਵ ਕੀ ਹੈ? ਮੱਤ ਉੱਚੀ ਰੱਖੀ, ਸੁੱਚੀ ਰੱਖੀ। ਇਹੀ ਕਾਰਨ ਹੈ ਅੱਜ ਵੀ ਜਿਹੜੇ ਗੁਰੂ ਕੇ ਸਿੱਖ ਨੇ ਨਾ, ਜ਼ਿੰਦਗੀ ਵਾਲੇ, ਜੀਵਨ ਵਾਲੇ, ਚੜ੍ਹਦੀ ਕਲਾ ਵਾਲੇ, ਉਹ ਕਦੇ ਵੀ ਆਪਣੀ ਪੱਗ ਦਾ ਲੜ ਮੂੰਹ 'ਚ ਨਹੀਂ ਪਾਉਂਦੇ। ਕਹਿੰਦੇ ਜੇ ਕਿਤੇ ਗੁਰੂ ਘਰ ਸੇਵਾ ਕਰਨੀ ਪੈ ਗਈ, ਮੂੰਹ 'ਚ ਪਾਇਆ ਤੇ ਜੂਠੀ ਹੋ ਜਾਣੀ ਹੈ। ਸੁੱਚੀ ਰੱਖਦੇ ਆ ਇਹਨੂੰ। ਕਹਿੰਦੇ ਇਹ ਪਰਮਾਤਮਾ ਦੀ ਦਾਤ, ਇਹਨੂੰ ਮੂੰਹ ਨਹੀਂ ਲਾਉਣਾ, ਇਹਨੂੰ ਜੂਠਿਆਂ ਨਹੀਂ ਕਰਨਾ, ਇਹ ਪੂਜਣਯੋਗ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਸਾਡਾ ਹੇਤ ਹੈ, ਸਾਡਾ ਪ੍ਰੇਮ ਹੈ। ਛੋਟੀ ਕੁਲਹਿ ਵੱਡੀ ਦਸਤਾਰ, ਤੀਰਤਾ ਤਜਿਓ ਸਰਵੰਕਾਰ। ਹੁਣ ਛੋਟੀ ਕੇਸਕੀ ਹੈ ਤੇ ਵੱਡੀ ਦਸਤਾਰ ਹੈ। ਮਰਦ ਕਹਿੰਦੇ ਇਹਦਾ ਭਾਵ ਕੀ ਹੈ? ਸਿਰ ਤੇ ਕੇਸਕੀ ਵੀ ਬੰਨੀ ਆ ਤੇ ਵੱਡੀ ਦਸਤਾਰ ਵੀ ਹੈ, ਵੀ ਦਸਤਾਰ ਵਾਂਗੂ ਵੱਡਾ ਹੋ ਪਰ ਕੇਸਕੀ ਵਾਂਗੂ ਨੀਵਾਂ ਨਹੀਂ। ਤੇਰੇ ਅੰਦਰ ਹੰਕਾਰ ਨਾ ਆਵੇ, ਆਖੋ ਸਤਿਨਾਮ। ਹਰ ਸਿੱਖ ਲਈ ਕੇਸਕੀ ਕਿਉਂ ਜ਼ਰੂਰੀ ਹੈ? ਕਦੇ ਨਿਹੰਗ ਸਿੰਘਾਂ ਤੇ ਵੇਖੋ, ਕੇਸਾਂ ਨਾਲ ਕੇਸਕੀ ਲਪੇਟੀ ਹੈ ਤੇ ਜੂੜਾ ਕੀਤਾ ਹੈ, ਉਹਦੇ ਉੱਤੇ ਦਸਤਾਰਾ ਬੰਨੇ ਆ, ਉੱਤੇ ਦਸਤਾਰ ਸਜਾਈ ਹੈ। ਦਸਤਾਰ ਉੱਚੀ ਸੁੱਚੀ ਹੈ, ਉੱਚੀ ਦਾ ਹੰਕਾਰ ਨਾ ਕਰੀ, ਨਿਮਰਤਾ ਰੱਖੀ ਅੰਦਰੋਂ ਕੇਸਕੀ ਦੇ ਵਾਂਗ। ਵੀ ਉਸ ਕੇਸਕੀ ਨੇ ਕੇਸਾਂ ਨਾਲ ਪਕੜ ਬਣਾਈ ਤੇ ਸੋਹਣੀ ਦਸਤਾਰ ਜੋੜੀ ਹੈ। ਸਤਿਗੁਰ ਕਹਿੰਦੇ ਤੇ ਉੱਚੀ ਬਾਤ ਹੈ, ਹੰਕਾਰ ਤਿਆਗਿਆ, ਹੰਕਾਰ ਛੱਡਿਆ, ਰੱਬ ਨਾਲ ਪ੍ਰੇਮ ਪਾਇਆ ਏ। ਹਾਰਿਓ ਈਰਖਾ ਕਰੋ ਕਿਨਾਇਤ, ਯਾਦ ਖੁਦਾਏ ਰੱਖੋ ਹਰ ਸਾਇਤ। ਭਾਈ ਖੁਦਾ ਨੂੰ ਹਰ ਵੇਲੇ ਯਾਦ ਰੱਖੋ, ਕਦੇ ਵੀ ਕਿਸੇ ਨਾਲ ਈਰਖਾ ਨਾ ਕਰੋ, ਕਿਉਂਕਿ ਉਹ ਬਹਾਵਲਦੀਨ ਈਰਖਾ ਕਰ ਰਿਹਾ ਸੀ ਗੁਰੂ ਸਾਹਿਬ ਨਾਲ, ਤੇ ਨੀਚਾ ਵਿਖਾਉਣਾ ਚਾਹੁੰਦਾ ਸੀ ਆਪਣੇ ਪੈਰੋਕਾਰਾਂ ਦੇ ਸਾਹਮਣੇ। ਤੇ ਬਾਬਾ ਜੀ ਨੇ ਸਪਸ਼ਟ ਕਹਿਤਾ, ਈਰਖਾ ਵਿੱਚ ਸੜਨ ਵਾਲਾ ਜ਼ਿੰਦਗੀ 'ਚ ਕਦੇ ਸੁਖੀ ਨਹੀਂ ਹੋ ਸਕਦਾ। ਕੋ ਸਤਿਨਾਮ। ਸਪਸ਼ਟ ਗੱਲ ਹੈ ਜੀ, ਸੁੱਖ ਦੁੱਖ ਆਪਣੇ ਹੱਥ ਨੇ। ਕਿਸੇ ਬੰਦੇ ਨਾਲ ਖਾਂ ਈਰਖਾ ਕਰੀ ਜਾ, ਉਹਦਾ ਕੁਛ ਨਹੀਂ ਜਾਂਦਾ, ਮੌਜਾਂ ਕਰਦਾ ਫਿਰਦਾ, ਤੁਸੀਂ ਮੰਜੇ ਨਾਲ ਲੱਗੇ ਪਏ, ਨਾ ਉੱਠਿਆ ਜਾਵੇ, ਨਾ ਖਾਇਆ ਜਾਵੇ, ਨਾ ਪੀਆ ਜਾਵੇ, ਨਾ ਕਿਸੇ ਦਾ ਹਾਸਾ ਜਰਿਆ ਜਾਵੇ। ਇੱਕ ਦਿਨ ਸਾਰੀਆਂ ਗੱਲਾਂ ਛੱਡ ਕੇ ਵੇਖੋ ਕਿਸੇ ਦੀ ਖੁਸ਼ੀ 'ਚ ਖੁਸ਼ ਹੋ ਕੇ। ਮੈਂ ਕਹਿੰਦਾ ਐਂ ਲੱਗਦਾ ਵੀ ਜ਼ਿੰਦਗੀ ਉਹ ਰੱਬਾ ਹੋਣਾ ਹੀ ਹੈ। ਸਤਿਗੁਰ ਕਹਿੰਦੇ ਧਰਮੀ ਹੋ ਕੇ ਪੀਰਾਂ ਦਾ ਪੀਰ ਬਣ ਕੇ ਅੰਦਰ ਦੇ ਈਰਖਾ ਰੱਖੀ, ਈਰਖਾ ਦੇ ਸਿਰ ਤੇ ਕਦੇ ਧਰਮ ਨਹੀਂ ਖੜਦਾ। ਉਹ ਧਰਮ ਵੀ ਆ, ਧਰਮ ਹੁੰਦਾ ਏ। ਹੋਤ ਕੁਲਹਿ ਕੋ ਮੁਖ ਜੋ ਅੰਤਰ, ਨਿਜ ਅੰਤਰ ਕੋ ਸੋਧ ਨਿਰੰਤਰ। ਸਤਿਗੁਰ ਕਹਿੰਦੇ ਆ ਦਸਤਾਰ ਅੰਦਰੋਂ ਖਾਲੀ ਹੈ, ਅੰਦਰ ਨੂੰ ਮੂੰਹ ਆ ਇਹਦਾ ਭਾਵ ਕੀ ਹੈ? ਮਰਦ ਕਹਿੰਦੇ ਸਦਾ ਅੰਤਰਮੁਖੀ ਹੋਵੋ। ਅੰਤਰਮੁਖੀ ਕੀ ਹੈ? ਆਪਣੇ ਗੁਣ, ਆਪਣੇ ਔਗਣ, ਆਪਣੇ ਵਿਚਾਰਾਂ ਤੇ ਕੰਮ ਕਰੀਏ। ਲੋਕਾਂ ਦੀਆਂ ਬੁਰਾਈਆਂ, ਲੋਕਾਂ ਦੇ ਖਿਆਲ, ਲੋਕ ਕੀ ਕਰਦੇ, ਅਸੀਂ ਕੀ ਲੈਣਾ? ਦੁਨੀਆ 'ਚ ਬਹੁਤ ਆਏ ਸਾਡੇ ਵਰਗੇ, ਬਹੁਤ ਤੁਰ ਗਏ, ਬੜੇ ਸ਼ਮਸ਼ਾਨ ਵਿੱਚ ਪਏ ਆ, ਬੜੇ ਕਬਰਾਂ 'ਚ ਦੱਬੇ ਪਏ ਆ। ਇਹ ਵੀ ਕਦੇ ਚਿੰਤਾ ਕਰਦੇ ਹੁੰਦੇ ਸੀ ਵੀ ਦੁਨੀਆ ਦਾ ਕੀ ਬਣੂਗਾ? ਕਬਰਾਂ ਦੇ ਵਿੱਚ ਰਹਿਣ ਵਾਲੇ ਅੱਜ ਦਬੇ ਹੋਏ, ਉਹ ਵੀ ਕਦੇ ਫਿਕਰ ਕਰਦੇ ਸੀ, ਉਹ ਇਦਾਂ ਨਹੀਂ ਕਰਦਾ, ਆਹ ਕਿਉਂ ਹੋ ਗਿਆ? ਕਿੱਥੇ ਨੇ ਅੱਜ? ਸਾਹਿਬ ਕਹਿੰਦੇ ਸਾਨੂੰ ਸਾਡੀ ਇਸ ਦਸਤਾਰ ਨੇ, ਇਸ ਪਗੜੀ ਨੇ ਸਿਖਾਇਆ ਵੀ ਅੰਦਰੋਂ ਵੱਡਾ ਦਿਲ ਰੱਖਣਾ ਤੇ ਅੰਤਰਜਾਮਤਾ ਰੱਖ ਕੇ ਅੰਤਰਮੁਖੀ ਰਹਿਣਾ ਹੈ। ਕਿਸੇ ਦੇ ਔਗਣ ਵੇਖ ਕੇ ਔਗਣ ਚਿਤਾਰਨੇ ਨਹੀਂ। ਜੇ ਮਨ 'ਚ ਵੀ ਕਿਸੇ ਦੇ ਔਗਣ ਸੋਚ ਲਏ ਤੇ ਤੂੰ ਤਾਂ ਗਵਾਹ ਬਣ ਜਾਏਗਾ। ਕਿਸੇ ਨੇ ਬੁਰਾ ਕੰਮ ਕੀਤਾ, ਤੁਹਾਡੇ ਕੋਲ ਕਿਸੇ ਨੇ ਨਿੰਦਿਆ ਕੀਤੀ, ਫਲਾਣਾ ਬੰਦਾ ਇਹ ਕੰਮ ਕਰਦਾ ਹੈ, ਅੱਜ ਸੋਲਵ ਹੋ ਗਿਆ, ਕੱਲ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਗਵਾਹ ਬਣਨਾ ਪੈਣਾ, ਕਿਉਂਕਿ ਅਸੀਂ ਸੁਣਿਆ ਸੀ, ਅਸੀਂ ਕਿਹਾ ਸੀ, ਉਹਨੇ ਬੁਰਾ ਕੀਤਾ। ਧਰਮਰਾਜ ਨੇ ਕਹਿਣਾ ਆ ਹਿਸਾਬ ਦੇ ਭਾਈ, ਤੇਰੇ ਸਾਹਮਣੇ ਬੁਰਾ ਹੋਇਆ ਸੀ। ਗਵਾਹੀ ਆ ਨਾ, ਉਹ ਦੇਣੀ ਪੈਣੀ ਹੈ। ਹਰ ਕਰਮ ਦੀ, ਹਰ ਸਾਹ ਦੀ ਦੇਣੀ ਪੈਣੀ ਹੈ। ਗੁਰੂ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਨਾ ਬਹਾਵਲਦੀਨ ਪੀਰ ਮੁਲਤਾਨ ਦਾ ਬੜਾ ਸ਼ਰਮਿੰਦਾ ਹੋਇਆ ਏ। ਚਾਰ ਤਰਕ ਕੀ ਕੁਲਹਿ ਬਣਾਈ, ਚਾਰੋਂ ਤਰਕ ਦੇਤ ਸਮਝਾਏ। ਸਾਹਿਬ ਕਹਿੰਦੇ ਸਾਡੀ ਟੋਪੀ ਚਾਰ ਖੁੰਝਿਆਂ ਵਾਲੀ ਹੈ। ਇਹਦਾ ਭਾਵ ਕੀ ਹੈ? ਪੂਰਬ, ਪੱਛਮ, ਉੱਤਰ, ਦੱਖਣ ਸਾਰੇ ਥਾਂ ਤੀ ਰੱਬ ਆਖੋ ਸਤਿਨਾਮ। ਧਰਮ ਕਹਿੰਦੇ ਕੋਈ ਕਹਿੰਦਾ ਦੱਖਣ ਜਾਏ, ਕੋਈ ਕਹਿੰਦਾ ਪੱਛਮ ਜਾਏ, ਕੋਈ ਕਹਿੰਦਾ ਸੱਤਵੇਂ ਆਕਾਸ਼ ਹੈ। ਅਲੱਗ-ਅਲੱਗ ਗੱਲਾਂ ਨੇ। ਮਹਾਰਾਜ ਕਹਿੰਦੇ ਮੇਰਾ ਰੱਬ ਹਰ ਥਾਂ ਤੇ ਹੈ। ਜਹ ਜਹ ਵੇਖੋ ਤਹ ਹਜ਼ੂਰ, ਦੂਰ ਕਤ ਹੋ ਨਾ ਜਾਈ। ਰੱਬ ਰਹਿਆ ਸਰਬਤਰ ਮੈਂ ਮਨ ਸਦਾ, ਉਹਦੇ ਸਾਰਿਆਂ 'ਚ ਵਸਿਆ। ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗਿਆ ਨਾ ਭਾਈ, ਉਹਦੀ ਚੌਗਿਰਦੇ 'ਚ ਹੈ, ਚਾਰੇ ਪਾਸੇ ਹੈ। ਜਦੋਂ ਇਹ ਗੱਲਾਂ ਗੁਰੂ ਸਾਹਿਬ ਆਖਣ ਤੇ ਪੀਰ ਨੂੰ ਲੱਗੇ ਵੀ ਚੋਪੀ ਹੋਣ ਤੇ ਚੰਗਾ ਆਖੋ ਸਤਿਨਾਮ। ਮੇਰੇ ਪੈਰੋਕਾਰ ਕਹਿਣਗੇ ਵੀ ਆ ਸਿੱਧੇ ਜੇ ਬੰਦੇ ਗਿਆਨ ਹੀ ਬੜਾ ਰੱਖਦੇ ਆ, ਅੰਦਰੋਂ ਬੜਾ ਸਾੜਾ ਹੈ ਵੀ ਜੇ ਤਿੰਨ ਪੁਰਸ਼ ਸਾਡੇ ਨਾਲ ਚਲੇ ਗਏ ਨਾ, ਮੱਕੇ ਤੱਕ ਸਾਡੀ ਪੀਰੀ ਸਾਡੇ ਕੋਲ ਨਹੀਂ ਰਹਿਣੀ। ਚੇਲੇ ਬਾਲਕਾਂ ਇਹਨਾਂ ਨੂੰ ਪੀਰ ਮੰਨ ਲੈਣਾ ਆਖੋ ਸਤਿਨਾਮ। ਕਿਵੇਂ ਨਾ ਕਿਵੇਂ ਇਹਨਾਂ ਨੂੰ ਖਦੇੜਿਆ ਜਾਵੇ, ਇੱਥੋਂ ਕੱਢਿਆ ਜਾਵੇ, ਇੱਥੋਂ ਭਜਾਇਆ ਜਾਵੇ। ਪੀਰ ਚਾਹੁੰਦਾ ਹੈ, ਕਹਿੰਦਾ ਬਸ ਮੈਂ ਵੇਖ ਲਿਆ, ਤੁਸੀਂ ਇਸਲਾਮ 'ਚ ਨਹੀਂ ਆ ਸਕਦੇ।
ਤੁਸੀਂ ਮੁਸਲਮਾਨ ਨਹੀਂ ਹੋ ਸਕਦੇ, ਨਾਮ ਦੱਸੋ ਆਪਣਾ ਕੀ ਹੈ। ਤੇ ਮੇਰੇ ਬਾਬਾ ਕਹਿੰਦੇ ਸਾਡਾ ਨਾਮ ਨਾਨਕ ਸ਼ਾਹ। ਹੁਣ ਨਾਨਕ ਸ਼ਬਦ ਮਿਲਿਆ ਜੁਲਿਆ ਤੇ ਪਿੱਛੇ ਲੱਗ ਗਿਆ ਸ਼ਾਹ, ਔਖਾ ਫੇਰ ਹੋ ਗਿਆ ਵੀ ਜਿਹੜੇ ਪਾਸੇ ਉਲਝਾਉਣ ਨੂੰ ਫਿਰਦੇ ਆ ਉਧਰੋਂ ਹੀ ਦੱਬ ਲੈਂਦੇ ਨੇ ਆਖੋ ਸਤਿਨਾਮ। ਉਹ ਪਰਮਾਤਮਾ ਨੇ ਗੁਰੂ ਨਾਨਕ ਪਾਤਸ਼ਾਹ ਜੋ ਜੋ ਖੇਡਾਂ ਵਰਤਾਉਂਦੇ ਆ, ਕਿਵੇਂ ਮੱਕੇ ਦੀ ਯਾਤਰਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।